ਪ੍ਰਾਈਮ ਡਿਬੇਟ ਵਿੱਚ ਤੁਹਾਡਾ ਸਵਾਗਤ ਹੈ। ਦੀਵਾਨੀ ਤੇ ਫੌਜਦਾਰੀ ਮਾਮਲਿਆਂ ਦਾ ਨਿਬੇੜਾ ਅਦਾਲਤਾਂ ਵਿੱਚ ਹੁੰਦਾ ਹੈ। ਅਦਾਲਤੀ ਨਿਰਪੱਖਤਾ ਨੂੰ ਧਿਆਨ ਵਿੱਚ ਰੱਖ ਕੇ ਇਹ ਤਵੱਕੋਂ ਕੀਤੀ ਜਾਂਦੀ ਹੈ ਕਿ ਫੈਸਲਾ ਸਬੂਤਾਂ, ਗਵਾਹਾਂ ਤੇ ਹਾਲਾਤ ਦੀ ਬੁਨਿਆਦ ਉੱਤੇ ਕੀਤਾ ਜਾਏ। ਅਦਾਲਤੀ ਫੈਸਲਿਆਂ ਦੇ ਹਵਾਲੇ ਨਾਲ ਇਹ ਸਵਾਲ ਹਮੇਸ਼ਾ ਆਉਂਦਾ ਰਿਹਾ ਹੈ ਕਿ ਗੈਰ ਅਦਾਲਤੀ ਪੱਖ ਵੀ ਅਦਾਲਤੀ ਕਾਰਵਾਈ ਉੱਤੇ ਅਸਰਅੰਦਾਜ਼ ਹੁੰਦੇ ਨੇ। ਇਹ ਪੱਖ ਸਿਆਸੀ ਵੀ ਹੋ ਸਕਦੇ ਨੇ, ਸਰਕਾਰ ਦਾ ਝੁਕਾਅ ਵੀ ਹੋ ਸਕਦਾ ਹੈ, ਮੀਡੀਆ ਵੱਲੋਂ ਲਾਮਬੱਧ ਕੀਤੀ ਲੋਕ ਰਾਏ ਵੀ ਹੋ ਸਕਦੀ ਹੈ ਤੇ ਸਮਾਜਿਕ ਭਾਵਨਾਵਾਂ ਦਾ ਉਬਾਲ ਵੀ ਹੋ ਸਕਦਾ ਹੈ। ਕੁਝ ਵੀ ਹੋਵੇ, ਪਰ ਇਹ ਸਵਾਲ ਅਹਿਮ ਹੈ ਕਿ ਲੋਕ ਰਾਏ ਅਦਾਲਤੀ ਫੈਸਲਿਆਂ ਉੱਤੇ ਅਸਰਅੰਦਾਜ਼ ਹੋਣੀ ਚਾਹੀਦੀ ਹੈ ਜਾਂ ਨਹੀਂ। ਅਦਾਲਤੀ ਫੈਸਲਿਆਂ ਵਿੱਚ ਸਬੂਤਾਂ, ਗਵਾਹਾਂ ਤੇ ਹਾਲਾਤ ਤੋਂ ਇਲਾਵਾ ਜੋ ਵੀ ਅਸਰਅੰਦਾਜ਼ ਹੁੰਦਾ ਹੈ ਉਸ ਨੂੰ ਗੈਰ ਅਦਾਲਤੀ ਅਸਰ ਹੀ ਮੰਨਿਆ ਜਾਏਗਾ। ਪਿਛਲੇ ਦਿਨਾਂ ਵਿੱਚ ਦਿੱਲੀ ਵਾਲੇ ਸਮੂਹਿਕ ਬਲਾਤਕਾਰ ਦੇ ਹਵਾਲੇ ਨਾਲ ਇਹ ਦਲੀਲ ਪੇਸ਼ ਕੀਤੀ ਗਈ ਸੀ ਕਿ ਲੋਕ ਰਾਏ ਨੂੰ ਅਦਾਲਤੀ ਕਾਰਵਾਈ ਉੱਤੇ ਅਸਰਅੰਦਾਜ਼ ਨਹੀਂ ਹੋਣਾ ਚਾਹੀਦਾ। ਮੁਲਜ਼ਮਾਂ ਖਿਲਾਫ ਜਲਦੀ ਤੋਂ ਜਲਦੀ ਫੈਸਲੇ ਤੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ। ਦੂਜਾ ਪਾਸਾ ਇਹ ਵੀ ਹੈ ਕਿ ਪਿਛਲੇ ਦਿਨਾਂ ਵਿੱਚ ਬਲਾਤਕਾਰ ਦੇ ਮਾਮਲਿਆਂ ਵਿੱਚ ਅਦਾਲਤਾਂ ਨੇ ਬਹੁਤ ਫੁਰਤੀ ਨਾਲ ਫੈਸਲੇ ਸੁਣਾਏ ਨੇ। ਪੁਲਿਸ ਦੀ ਕਾਰਵਾਈ ਜਲਦੀ ਨਾਲ ਨਿਪਟਾਈ ਗਈ ਤੇ ਬਾਅਦ ਵਿੱਚ ਅਦਾਲਤੀ ਕਾਰਵਾਈ ਵੀ ਉਸੇ ਰਫ਼ਤਾਰ ਨਾਲ ਨਿਪਟਾਈ ਗਈ। ਕਦੇ-ਕਦਾਈ ਇੰਜ ਵੀ ਜਾਪਿਆ ਕਿ ਅਦਾਲਤਾਂ ਵਿੱਚ ਘੱਟ ਤੋਂ ਘੱਟ ਸਮੇਂ ਵਿੱਚ ਫੈਸਲੇ ਸੁਣਾਉਣ ਦਾ ਮੁਕਾਬਲਾ ਚੱਲ ਪਿਆ ਹੈ। ਅਦਾਲਤੀ ਕਾਰਵਾਈ ਬਾਰੇ ਇੱਕ ਦਲੀਲ ਤਾਂ ਇਹ ਦਿੱਤੀ ਜਾਂਦੀ ਹੈ ਕਿ ਪਛੇਤਾ ਨਿਆਂ ਅਨਿਆਂ ਦੇ ਤੁਲ ਹੁੰਦਾ ਹੈ। ਇਸੇ ਦਲੀਲ ਦਾ ਦੂਜਾ ਪੱਖ ਇਹ ਹੈ ਕਿ ਤੱਤ ਫੜਤ ਵਿੱਚ ਕੀਤਾ ਗਿਆ ਨਿਆਂ ਵੀ ਅਨਿਆਂ ਦੀ ਸੰਭਾਵਨਾ ਵਧਾਉਂਦਾ ਹੈ। ਮੌਜੂਦਾ ਮਾਹੌਲ ਵਿੱਚ ਜਾਪਦਾ ਹੈ ਕਿ ਦਿੱਲੀ ਵਾਲੇ ਸਮੂਹਿਕ ਬਲਾਤਕਾਰ ਦੇ ਮਾਮਲੇ ਦਾ ਫੈਸਲਾ ਹੋ ਚੁੱਕਿਆ ਹੈ ਤੇ ਇਹ ਸਿਰਫ ਅਦਾਲਤ ਵੱਲੋਂ ਸੁਣਾਇਆ ਜਾਣਾ ਬਾਕੀ ਹੈ। ਇਸ ਵੇਲੇ ਮੁਲਜ਼ਮਾਂ ਦੇ ਖਿਲਾਫ ਸਰਕਾਰੀ ਤੇ ਆਵਾਮੀ ਰਾਏ ਇੱਕਮਿਕ ਜਾਪਦੀ ਹੈ ਤੇ ਅਦਾਲਤ ਇਸ ਮਾਹੌਲ ਵਿੱਚ ਸਹਿਮਤੀ ਜ਼ਾਹਰ ਕਰ ਸਕਦੀ ਹੈ। ਜੇ ਇਸ ਮਾਮਲੇ ਨੂੰ ਇੱਕ ਪਾਸੇ ਕਰ ਦਿੱਤਾ ਜਾਏ ਤਾਂ ਪਤਾ ਲੱਗਦਾ ਹੈ ਕਿ ਲੋਕ ਰਾਏ ਤੋਂ ਬਿਨਾਂ ਮੀਡੀਆ ਵੀ ਇਸੇ ਤਰ੍ਹਾਂ ਅਸਰਅੰਦਾਜ਼ ਹੋ ਸਕਦਾ ਹੈ। ਸੁਰੱਖਿਆ, ਅੱਤਵਾਦ ਅਤੇ ਵਿਦੇਸ਼ੀ ਨਾਗਰਿਕਾਂ ਦੇ ਮਾਮਲਿਆਂ ਵਿੱਚ ਸਰਕਾਰ ਦਾ ਝੁਕਾਅ ਤੇ ਜਾਂਚ ਕਰਨ ਵਾਲੀ ਏਜੰਸੀ ਦੀ ਦਿਲਚਸਪੀ ਵੀ ਅਦਾਲਤੀ ਫੈਸਲਿਆਂ ਉੱਤੇ ਅਸਰਅੰਦਾਜ਼ ਹੁੰਦੀ ਹੈ। ਸਵਾਲ ਇਹ ਹੈ ਕਿ ਕੀ ਗੈਰ ਅਦਾਲਤੀ ਪੱਖਾਂ ਨੂੰ ਅਦਾਲਤੀ ਕਾਰਵਾਈ ਉੱਤੇ ਨਜ਼ਰਅੰਦਾਜ਼ ਹੋਣਾ ਚਾਹੀਦਾ ਹੈ ਜਾਂ ਨਹੀਂ। ਦੋਵਾਂ ਮਾਮਲਿਆਂ ਵਿੱਚ ਇਸ ਦਾ ਨਫਾ ਨੁਕਸਾਨ ਕੀ ਹੈ, ਇਸ ਦਾ ਇਨਸਾਫ ਉੱਤੇ ਕੀ ਅਸਰ ਪੈਂਦਾ ਹੈ। ਅਦਾਲਤੀ ਫੈਸਲਿਆਂ ਉੱਤੇ ਸਵਾਲ ਉਸ ਵੇਲੇ ਅਹਿਮ ਬਣਦਾ ਹੈ ਜਦੋਂ ਇਹ ਕਿਸੇ ਵੱਡੇ ਮਾਮਲੇ ਨਾਲ ਜੁੜੇ ਹੋਣ। ਜਦੋਂ ਮਾਮਲੇ ਵਿੱਚ ਦਿਲਚਸਪੀ ਵਧੇਰੇ ਹੋਏਗੀ ਤਾਂ ਅਦਾਲਤ ਉੱਤੇ ਵੀ ਇਸ ਦਾ ਦਬਾਅ ਵਧੇਰੇ ਹੋਣ ਦੀ ਸੰਭਾਵਨਾ ਹੋਏਗੀ। ਸਰਕਾਰ ਦੀ ਇੱਛਾ ਤੇ ਜਾਂਚ ਏਜੰਸੀ ਦੀ ਦਿਲਚਸਪੀ ਤੋਂ ਇਲਾਵਾ ਲੋਕ ਰਾਏ ਤੇ ਮੀਡੀਆ ਦਾ ਅਦਾਲਤੀ ਕਾਰਵਾਈ ਉੱਤੇ ਅਸਰਅੰਦਾਜ਼ ਹੋਣਾ ਕੀ ਮਾਇਨੇ ਰੱਖਦਾ ਹੈ। ਚਰਚਾ ਕਰਨ ਲਈ ਸਾਡੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ਜਸਟਿਸ KS ਗਰੇਵਾਲ, ਜੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਨੇ, ਰਾਜਵਿੰਦਰ ਸਿੰਘ ਬੈਂਸ, ਜੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਵਕਾਲਤ ਕਰਦੇ ਨੇ, ਪ੍ਰੋਫੈਸਰ ਮੁਹੰਮਦ ਖਾਲਿਦ, ਜੋ ਪੰਜਾਬ ਯੂਨੀਵਰਸਿਟੀ ਵਿੱਚ ਪੋਲੀਟੀਕਲ ਸਾਇੰਸ ਪੜ੍ਹਾਉਂਦੇ ਨੇ। ਤੁਹਾਡਾ ਸਾਰਿਆਂ ਦਾ ਅੱਜ ਦੀ ਚਰਚਾ ਵਿੱਚ ਸਵਾਗਤ ਹੈ। ਜਸਟਿਸ ਗਰੇਵਾਲ, ਮੈਂ ਤੁਹਾਤੋਂ ਸ਼ੁਰੂ ਕਰਦਾ ਹਾਂ ਕਿ ਜਿਸ ਮਾਹੌਲ ਦੇ ਵਿੱਚ ਅਸੀਂ ਇਹ ਗੱਲ ਕਰ ਰਹੇ ਹਾਂ ਕਿ ਗੈਰ ਅਦਾਲਤੀ ਜਿਹੜੇ ਤੱਤ ਨੇ, ਖਾਸ ਤੌਰ ਦੇ ਉੱਤੇ ਸਬੂਤਾਂ, ਗਵਾਹਾਂ ਤੇ ਹਾਲਾਤ ਤੋਂ ਇਲਾਵਾ ਜੋ ਅਸਰਅੰਦਾਜ਼ ਹੁੰਦੇ ਨੇ ਅਦਾਲਤੀ ਫੈਸਲਿਆਂ ਉੱਤੇ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਕੋਰਟਸ ਜਿਹੜੇ ਨੇ ਉਹ ਐਵੀਡੈਂਸ ਦੇ ਉੱਤੇ ਆਪਣਾ ਫੈਸਲਾ ਦਿੰਦੇ ਨੇ ਜਾਂ ਲਾਅ ਦੇ ਉੱਤੇ ਜੀ। ਤੇ ਟਰਾਇਲ ਕੋਰਟ ਗਵਾਹ ਰਿਕਾਰਡ ਕਰਦਾ ਹੈ ਜੀ ਤੇ ਪ੍ਰੋਸੀਜਰ ਨੂੰ ਫੋਲੋ ਕਰਕੇ ਅਕਿਊਜ਼ ਦਾ ਬਿਆਨ ਲਿਖ ਕੇ ਤੇ ਅਕਿਊਜ਼ ਨੂੰ ਡਿਫੈਂਸ ਦਾ ਮੌਕਾ ਦੇ ਕੇ ਤੇ ਉਹਨੂੰ ਫੈਸਲਾ ਆਪਣਾ ਸੁਣਾਉਂਦਾ ਹੈ ਜੀ, ਗਿਲਟੀ ਜਾਂ ਇਨੋਸੈਂਟ। ਬਾਕੀ ਠੀਕ ਹੈ, ਅਖਬਾਰਾਂ 'ਚ ਮੀਡੀਆ 'ਚ ਕਾਫੀ ਕੁਛ ਕਿਹਾ ਗਿਆ ਹੈਗਾ, ਲੇਕਿਨ ਸੀਜ਼ਨਡ ਵੈਲ ਟ੍ਰੇਨਡ ਜੱਜ ਉਹਨਾਂ ਨਾਲ ਬਿਲਕੁਲ ਇਨਫਲੂਐਂਸ ਨਹੀਂ ਹੁੰਦਾ। ਮਤਲਬ ਜੋ ਵੀ ਹੋ ਰਿਹਾ ਹੈ ਮੁਲਕ ਦੇ ਵਿੱਚ, ਜਿਸ ਕਿਸਮ ਦੀ ਵੀ ਵਿਚਾਰ ਚਰਚਾ ਹੋ ਰਹੀ ਹੈ, ਜਿਸ ਕਿਸਮ ਦਾ ਵੀ ਮੀਡੀਆ 'ਚ ਆ ਰਿਹਾ, ਉਹਦਾ ਕੋਈ ਅਸਰ ਜੱਜਾਂ ਉੱਤੇ ਨਹੀਂ ਪੈਂਦਾ? ਨਹੀਂ, ਬਿਲਕੁਲ ਨਹੀਂ ਪੈਂਦਾ। ਤੁਸੀਂ ਕੁਝ ਕਹੀ ਜਾਓ, ਤੁਸੀਂ ਆਪਣੇ TV ਸ਼ੋਜ਼ ਕਰੋ ਤੇ ਹੋਰ ਬਹਿਸ ਕਰੋ, ਪਬਲਿਕ ਓਪੀਨੀਅਨ ਕਰੋ ਜੀ। ਜੋ ਕੁਛ ਹੋਇਆ ਬਹੁਤ ਮਾੜਾ ਹੋਇਆ ਜੀ, ਲੇਕਿਨ ਆਫਟਰ ਆਲ ਜਿਵੇਂ ਚੀਫ ਜਸਟਿਸ ਨੇ ਵੀ ਪਰਸੋਂ ਕਿਹਾ ਸੀਗਾ ਕਿ ਨਾ ਤਾਂ ਕੋਈ ਰਿਪੋਰਟਰ ਸੀਗਾ ਉੱਥੇ ਪ੍ਰੈਜ਼ੈਂਟ ਜੀ, ਉਹਨੇ ਤਾਂ ਨਹੀਂ ਦੇਖਿਆ ਬੱਸ ਦੇ ਵਿੱਚ ਕੀ ਹੋਇਆ। ਸੋ ਅਲਟੀਮੇਟਲੀ ਜੋ ਬੱਸ 'ਚ ਜੋ ਕੁਛ ਹੋਇਆ ਹੈ ਉਹ ਇੱਕ ਗਵਾਹ ਹੈਗਾ, ਜੋ ਕੁਛ ਉਹ ਕਹੇਗਾ, ਜਿੰਨਾ ਕੋ ਉਸ ਦੀ ਸਟੇਟਮੈਂਟ ਮੰਨੀ ਜਾਵੇਗੀ ਜਾਂ ਜੋ ਕੁਛ ਉਹ ਕਿਹਾ ਹੈਗਾ ਉਹ ਸੱਚ ਹੈ ਜਾਂ ਉਸ ਦੇ ਬੇਸਿਸ 'ਤੇ ਜੱਜ ਨੇ ਫੈਸਲਾ ਕਰਨਾ ਵੀ ਕਿਸ ਮੁਲਜ਼ਮ ਨੇ ਕੀ ਕੀਤਾ। ਜੀ, ਮੈਂ ਤੁਹਾਡੇ ਕੋਲ ਵਾਪਸ ਆਵਾਂਗਾ। ਬੈਂਸ ਸਾਹਿਬ, ਕੀ ਜੋ ਅਦਾਲਤੀ ਕਾਰਵਾਈ ਹੈ ਉਹਦੇ ਵਿੱਚ ਜਿਹੜੇ ਬਾਕੀ ਤੱਤ ਨੇ ਉਹ ਬਿਲਕੁਲ ਅਸਰਅੰਦਾਜ਼ ਨਹੀਂ ਹੁੰਦੇ? ਨਹੀਂ, ਤੁਸੀਂ ਸਰਟਨਲੀ ਫਰਕ ਪੈਂਦਾ ਹੈ। ਜਿੱਦਾਂ ਹੁਣ ਤੁਸੀਂ ਦੇਖਿਆ ਕਿ ਪੁਲਿਸ ਨੇ ਰੇਪ ਕੇਸਾਂ ਵਿੱਚ ਕੇਸ ਜ਼ਿਆਦਾ ਰਜਿਸਟਰ ਕਰਨੇ ਸ਼ੁਰੂ ਕਰਤੇ, ਇਹ ਅਵੇਅਰਨੈਸ ਨਾਲ ਹੀ ਹੋਇਆ ਜੀ।
ਇਨਵੈਸਟੀਗੇਸ਼ਨ ਫਾਸਟ ਹੋ ਗਈ, ਟ੍ਰਾਇਲ ਕੋਰਟਸ ਨੇ ਵੀ ਫਟਾਫਟ ਫੈਸਲੇ ਦੇਣੇ ਸ਼ੁਰੂ ਕਰਤੇ। ਇਹਦਾ ਮਤਲਬ ਉਹਨਾਂ ਨੇ ਇੱਕ ਪ੍ਰਾਇੋਰਟੀ ਦਾ ਸੈੱਟ ਕੀਤੀ ਹੈ, ਲੋਕਾਂ ਦੇ ਗੁੱਸੇ ਨੂੰ ਦੇਖ ਕੇ, ਲੋਕਾਂ ਦੇ ਐਂਗਰ ਨੂੰ ਦੇਖ ਕੇ ਉਹਨਾਂ ਨੇ ਇੱਕ ਪ੍ਰਾਇੋਰਟੀ ਸੈੱਟ ਕੀਤੀ, ਉਹ ਤਾਂ ਬਹੁਤ ਅੱਛੀ ਗੱਲ ਹੀ ਹੈ ਜੀ। ਜੇ ਫੈਸਲਾ ਜਿਹੜਾ ਉਹਨਾਂ ਨੂੰ ਦੇਣਾ ਹੈ ਜੇ ਉਹ ਸਬੂਤਾਂ ਦੇ ਆਧਾਰ ਤੇ ਨਾ ਹੋਵੇ ਫਿਰ ਸਾਨੂੰ ਫਿਕਰ ਹੋਣਾ ਚਾਹੀਦਾ ਜੀ। ਜੇ ਸਿਰਫ ਉਹਨਾਂ ਨੇ ਆਪਣਾ ਪ੍ਰੋਸੀਜਰ ਫਾਸਟ ਕੀਤਾ, ਇਨਵੈਸਟੀਗੇਸ਼ਨ ਫਾਸਟ ਕੀਤੀ ਹੈ, ਟ੍ਰਾਇਲ ਕੋਰਟ ਨੇ ਆਪਣਾ ਪ੍ਰੋਸੀਜਰ, ਫਿਰ ਤਾਂ ਬਹੁਤ ਚੰਗੀ ਗੱਲ ਹੀ ਹੈ ਕਿ ਜਿੱਥੇ ਪਬਲਿਕ ਦੀ ਸੈਂਸਿਟੀਵਿਟੀ ਵੱਧਦੀ ਹੈ ਉਹ ਐਸਪੈਕਟ ਠੀਕ ਹੋਣ ਲੱਗ ਪੈਂਦਾ ਜੀ। ਔਰ ਫਾਸਟ ਟ੍ਰਾਇਲ ਤਾਂ ਹੋਣੇ ਹੀ ਚਾਹੀਦੇ। ਜਿਵੇਂ ਅੱਜ ਕੱਲ੍ਹ ਇਹ ਗੱਲ ਚੱਲ ਰਹੀ ਹੈ ਕਿ ਵੀ ਅਦਾਲਤ ਦੇ ਵਿੱਚ ਜਦੋਂ ਵੀ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਜਲਦੀ ਤੋਂ ਜਲਦੀ ਪਰਚਾ ਦਰਜ ਕਰਕੇ ਚਲਾਨ ਪੇਸ਼ ਕੀਤਾ ਜਾਵੇ, ਉਹ ਤੋਂ ਬਾਅਦ ਅਦਾਲਤੀ ਕਾਰਵਾਈ ਕੀਤੀ ਜਾਵੇ, ਫਿਰ ਦਿਨਾਂ ਦੇ ਵਿੱਚ ਹੀ ਜਾਂ ਹਫ਼ਤਿਆਂ ਦੇ ਵਿੱਚ ਹੀ ਉਹ ਫੈਸਲਾ ਸੁਣਾਇਆ ਜਾਏ। ਤੇ ਇੱਕ ਜਿਹੜੀ ਆਪਾਂ ਆਮ ਤੌਰ ਦੇ ਉੱਤੇ ਗੱਲ ਕਰਦੇ ਹਾਂ ਕਿ ਜੇ ਜਿਹੜਾ ਇਨਸਾਫ ਹੈ ਜਾਂ ਅਦਾਲਤੀ ਫੈਸਲਾ ਦੇਰ ਨਾਲ ਆਵੇ ਤੇ ਉਹ ਨਾ ਇਨਸਾਫੀ ਹੋ ਜਾਂਦੀ ਹੈ, ਉਸੇ ਤਰੀਕੇ ਨਾਲ ਇਹ ਵੀ ਕਿਹਾ ਜਾਂਦਾ ਕਿ ਜਸਟਿਸ ਹਰਿਡ ਇਜ਼ ਜਸਟਿਸ ਵਰਿਡ। ਬਿਲਕੁਲ ਬਿਲਕੁਲ, ਮਗਰ ਉਹ ਕੇਸ ਦੇ ਤਾਂ ਤੁਸੀਂ ਦੌਰਾਨ ਦੇਖੋਗੇ ਨਾ ਕਿ ਇਹਦੇ ਵਿੱਚ ਵਾਕਈ ਹਰੀ ਹੋਈ ਹੈ। ਅਦਰਵਾਈਜ਼ ਸਾਡੇ ਤਾਂ ਇੱਕ ਪ੍ਰੋਬਲਮ ਸੀ ਬਹੁਤ ਡਿਲੇ ਦੀ ਜੀ। ਸੀਰੀਅਸ ਕ੍ਰਾਈਮ ਵੀ ਅੱਗੇ ਨਹੀਂ ਹੁੰਦੇ ਸੀ, ਵੱਡੇ ਲੋਕਾਂ ਦੇ ਖਿਲਾਫ ਤਾਂ ਬਿਲਕੁਲ ਹੀ ਮੁਕੱਦਮੇ ਚੱਲਦੇ ਨਹੀਂ ਸੀ। ਜੀ। ਹੁਣ ਮੀਡੀਆ ਦੇ ਵਿੱਚ ਜਿਹੜੀ ਚੀਜ਼ ਆ ਜਾਂਦੀ ਹੈ, ਘੱਟੋ ਘੱਟ ਜੱਜ ਵੀ, ਪੁਲਿਸ ਵੀ, ਸਾਰੇ ਆਫਸਰ, ਲਾਇਰਸ ਵੀ ਕੌਨਸ਼ੀਅਸ ਹੋ ਜਾਂਦੇ ਆ ਤਾਂ ਜਲਦੀ ਜਲਦੀ ਫਾਸਟ ਕਰਨ ਦੀ ਕੋਸ਼ਿਸ਼ ਕਰਦੇ ਨੇ ਜੀ। ਉਹਦੇ ਕਰਕੇ ਇਹ ਪੋਜ਼ਿਟਿਵ ਚੀਜ਼ ਲੱਗਦੀ ਮੈਨੂੰ ਜੀ ਕਿ ਘੱਟੋ ਘੱਟ ਜਿਹੜੇ ਟ੍ਰਾਇਲ ਕ੍ਰੋਨਿਕਲੀ ਸਲੋ ਹੁੰਦੇ ਸੀ ਉਹ ਥੋੜੇ ਥੋੜੇ ਫਾਸਟ ਹੋਣ ਲੱਗੇ। ਗੱਲ ਹੈ ਕਿ ਇਹੀ ਚੀਜ਼ ਬਾਕੀ ਕੇਸਾਂ ਦੇ ਵਿੱਚ ਹੋਵੇ, ਇਹ ਨਹੀਂ ਕਿ ਬਾਕੀ ਕੇਸਾਂ ਨੂੰ ਤੁਸੀਂ ਭੁੱਲ ਜਾਓ, ਬਾਕੀ ਕੇਸ ਵੀ ਥੋੜੇ ਥੋੜੇ ਫਾਸਟ ਹੋਣ। ਤੇ ਇਹ ਬੜੀ ਪੋਜ਼ਿਟਿਵ ਡਿਵੈਲਪਮੈਂਟ ਹੈ ਕਿ ਲੋਕਾਂ ਦਾ ਜਿਹੜਾ ਫਿਕਰ ਹੈ ਜਾਂ ਲੋਕਾਂ ਦਾ ਜਿਹੜਾ ਕੰਸਰਨ ਹੈ ਉਹ ਅਲਟੀਮੇਟਲੀ ਸਾਰੇ ਆਫੀਸ਼ੀਅਲ ਏਜੰਸੀਜ਼ ਵੀ ਤੇ ਉਹਦਾ ਧਿਆਨ ਰੱਖ ਰਹੀਆਂ ਜੀ। ਜਿਵੇਂ ਜਿਹੜਾ ਦਿੱਲੀ ਵਾਲਾ ਮਾਮਲਾ ਹੈ ਕਿ ਉਹਦੇ ਬਾਰੇ ਖਾਸ ਤੌਰ ਦੇ ਉੱਤੇ ਇੱਕ ਇਹ ਖਦਸ਼ਾ ਹੈਗਾ ਕਿ ਵੀ ਜੋ ਤਕਰੀਬਨ ਇਸ ਵੇਲੇ ਮੰਗ ਹੈ ਸਾਰੇ ਲੋਕਾਂ ਦੀ ਤੇ ਮੀਡੀਆ ਵੱਲੋਂ ਜੋ ਗੱਲਬਾਤ ਕੀਤੀ ਜਾ ਰਹੀ ਹੈ ਵੀ ਫੈਸਲਾ ਤਕਰੀਬਨ ਤੈਅ ਹੈ। ਬਿਲਕੁਲ, ਜੇ ਕਿਸੇ ਜੱਜ ਨੇ ਉਹਨਾਂ ਨੂੰ ਕੁੱਟ ਕਰਤਾ ਤਾਂ ਉਹ ਬੜਾ ਔਖਾ ਹੋਏਗਾ, ਮਗਰ ਇਹ ਇਸ ਲਈ ਕਿ ਸਭ ਨੇ ਐਵੀਡੈਂਸ ਦੇਖ ਲਿਆ ਹੈ, ਸਾਰਾ ਐਵੀਡੈਂਸ ਮੀਡੀਆ ਵਿੱਚ ਆ ਗਿਆ ਹੈ। ਉਸ ਤੋਂ ਬਾਅਦ ਬਹੁਤ ਔਖਾ ਹੈ ਕਿਸੇ ਨੂੰ ਦੂਜੀ ਰਾਏ ਲੈਣੀ ਕਿ ਉਹ ਇਨੋਸੈਂਟ ਨੇ। ਇਹ ਇਹੋ ਜਿਹਾ ਕੇਸ ਜਿੱਥੇ ਕਿਸੇ ਨੇ ਵੀ ਉਹ ਆਪ ਵੀ ਨਹੀਂ ਕਹਿੰਦੇ ਕਿ ਅਸੀਂ ਇਨੋਸੈਂਟ ਹੈ, ਕਿ ਅਸੀਂ ਬੱਸ ਵਿੱਚ ਨਹੀਂ ਸੀ, 6 ਬੰਦੇ ਬੱਸ ਵਿੱਚ ਸੀ, ਹੁਣ ਤਾਂ ਰੇ ਰਹਿ ਗਿਆ, ਉਹ ਵੀ ਲੜਕੀ ਦਾ ਵੀ, ਲੜਕੀ ਵੀ ਮਰੀ ਹੈ, ਰੇਪ ਵੀ ਹੋਏ, ਇਹਦੇ ਵਿੱਚ ਕੋਈ ਡਾਊਟ ਨਹੀਂ ਹੈਗੀ, ਇੱਕ ਤੁਹਾਡੇ ਕੋਲ ਗਵਾਹ ਵੀ ਹੈਗਾ। ਹੁਣ ਤਾਂ ਇਹ ਹੈ ਕਿ 6 ਦਾ ਰੋਲ ਕਿੰਨਾ ਗਿਆ, ਬਰਾਬਰ ਦਾ ਹੈ, ਘੱਟ ਹੈ, ਕਿਸੇ ਦਾ ਘੱਟ ਹੈ, ਕਿਸੇ ਦਾ ਵੱਧ ਹੈ, ਬਾਕੀ ਕੋਈ ਡਿਸਪਿਊਟ ਬਚਿਆ ਨਹੀਂ ਹੈ ਇਨ ਟਰਮਸ ਆਫ ਉਸ ਮਾਮਲੇ ਦੇ ਵਿੱਚ ਜੀ। ਕਿ ਬਹੁਤ ਮਾਮਲੇ ਹੁੰਦੇ ਤੇ ਬਹੁਤ ਡਾਊਟ ਹੁੰਦਾ ਕਿ ਬੰਦੇ ਇਨੋਸੈਂਟ ਹੈ। ਤੁਸੀਂ ਰੂਸ਼ੀ ਮਰਡਰ ਦਾ ਦੇਖੋ, ਇਨਵੈਸਟੀਗੇਸ਼ਨ ਵਿੱਚ ਕਿੱਦਾਂ ਪਹਿਲਾਂ ਨੌਕਰ ਫਸਾਏ ਗਏ ਸੀ, ਜੇ ਕਿਤੇ ਹਾਈਲਾਈਟ ਨਾ ਹੁੰਦਾ ਤਾਂ ਨੌਕਰਾਂ ਨੂੰ ਹੁਣ ਤੱਕ ਫਾਂਸੀ ਲੱਗ ਜਾਂਦੀ। ਹੁਣ ਕਿੱਥੇ ਮੀਡੀਆ ਨੇ ਹਾਈਲਾਈਟ ਕੀਤਾ, ਲੋਕਾਂ ਨੇ ਫੋਲੋ ਅਪ ਕੀਤਾ ਕਿ ਹਰ ਏਜੰਸੀ ਨੂੰ ਹੌਲੀ ਹੌਲੀ ਠੀਕ ਇਨਵੈਸਟੀਗੇਸ਼ਨ ਕਰਨਾ ਪਿਆ, ਅਲਟੀਮੇਟਲੀ ਕੋਰਟ ਨੇ ਪਕੜਿਆ ਉਹਦੇ ਪੇਰੈਂਟਸ ਨੂੰ। ਸੋ ਬਹੁਤ ਕੇਸ ਦੇ ਅਲੱਗ-ਅਲੱਗ ਤਰੀਕਿਆਂ ਵਿੱਚ ਬੇਇਨਸਾਫੀ ਵੀ ਹੁੰਦੀ ਹੈ, ਇਨਸਾਫੀ ਵੀ ਹੁੰਦੀ ਹੈ। ਇਸ ਰੇਪ ਕੇਸ ਵਿੱਚ ਇਹੋ ਜਿਹੀ ਕੋਈ ਸਸਪੈਕਸ਼ਨ ਨਹੀਂ ਕਿ ਤੁਸੀਂ ਕਿਸੇ ਗਲਤ ਬੰਦਿਆਂ ਨੂੰ ਉਹਨਾਂ ਦੇ ਖਿਲਾਫ ਪੈਰਿਡ ਐਵੀਡੈਂਸ ਕਰਕੇ ਉਹਨਾਂ ਨੂੰ ਸਜ਼ਾ ਦੇਣ ਦੀ ਕੋਸ਼ਿਸ਼ ਕਰ ਰਹੇ ਹੋ। ਬਾਕੀ ਬੜਿਆ ਕੇਸਾਂ 'ਚ ਫਿਕਰ ਹੁੰਦਾ ਔਰ ਇਹ ਸਵਾਲ ਉੱਠਦੇ ਨੇ, ਉਹਨਾਂ ਦੇ ਵਿੱਚ ਬਹੁਤ ਅਹਿਮ ਗੱਲ ਹੋ ਜਾਂਦੀ ਕਿ ਜਿਹੜੀ ਸਪੀਡ ਹੈ, ਤੁਹਾਨੂੰ ਕਿਤੇ ਜਲਦੀ ਨਾ ਤੁਸੀਂ ਉਹਨਾਂ ਨੂੰ ਫੇਅਰ ਟ੍ਰਾਇਲ ਦੇ ਵਿੱਚ ਰੁਕਾਵਟ ਹੋ ਸਕਦਾ ਜੀ। ਮਗਰ ਇਸ ਕੇਸ ਵਿੱਚ ਇਹੋ ਜਿਹੇ ਡਾਊਟਸ ਮੇਰੇ ਘੱਟੋ ਘੱਟ ਅੰਦਰ ਨਹੀਂ ਨੇ ਜੀ। ਪ੍ਰੋਫੈਸਰ ਖਾਲਿਦ ਤੁਸੀਂ ਕੀ ਕਹੋਗੇ ਇਸ ਬਾਰੇ? ਦੇਖੋ ਇੱਦਾਂ ਹੈਗਾ ਕਿ ਕਈ ਇਸ਼ੂਜ਼ ਦੇ ਉੱਪਰ ਪ੍ਰੀ ਜੁਡੀਸ਼ੀਅਲ ਪਬਲਿਸਿਟੀ ਬਹੁਤ ਹੋ ਜਾਂਦੀ ਹੈ ਜੀ, ਕਈ ਕੇਸਿਸ ਦੀ, ਜਿਹਦੇ ਨਾਲ ਮੀਡੀਆ ਟ੍ਰਾਇਲ ਸ਼ੁਰੂ ਹੋ ਜਾਂਦਾ ਹੈ ਜੀ। ਦੇਰ ਆਰ ਟੂ ਥਿੰਗਸ, ਮੀਡੀਆ ਟ੍ਰਾਇਲ ਤੇ ਮੀਡੀਆ ਐਕਟਿਵਿਜ਼ਮ ਜੀ। ਮੀਡੀਆ ਐਕਟਿਵਿਜ਼ਮ ਤਾਂ ਇਹ ਹੈ ਕਿ ਮੀਡੀਆ ਨੇ ਕੋਈ ਗੱਲ ਉਛਾਲਤੀ ਔਰ ਲੋਕਾਂ ਨੂੰ ਸੋਚਣ ਵਾਸਤੇ ਮਜਬੂਰ ਹੋਣਾ ਪਿਆ ਜੀ। ਜਿਹੜਾ ਮੀਡੀਆ ਟ੍ਰਾਇਲ ਹੈ, ਕਈ ਕੇਸਿਸ ਦੇ ਵਿੱਚ ਮੀਡੀਆ ਟ੍ਰਾਇਲ ਹੈ, ਉਹਦੇ ਨਾਲ ਪਬਲਿਕ ਓਪੀਨੀਅਨ ਬਣਦਾ ਜੀ। ਪਬਲਿਕ ਓਪੀਨੀਅਨ ਦਾ ਇੰਪੈਕਟ ਜਿਹੜਾ ਹੈਗਾ ਜੱਜਮੈਂਟ ਤੇ ਹੁੰਦਾ ਜਾਂ ਨਹੀਂ ਹੁੰਦਾ, ਇਹਦੇ ਬਾਰੇ ਮਿਕਸਡ ਓਪੀਨੀਅਨ ਹੈਗੇ ਆ ਜੀ। ਲੇਕਿਨ ਇੱਕ ਚੀਜ਼ ਹੈਗੀ ਹੈ ਜਿਹੜਾ ਕਿ ਡਿਲੀਵਰੀ ਆਫ ਜਸਟਿਸ ਹੈ, ਦੈਟ ਹੈਜ਼ ਟੂ ਬੀ ਉਹ ਅਕੋਰਡਿੰਗ ਟੂ ਦਾ ਐਵੀਡੈਂਸ, ਅਕੋਰਡਿੰਗ ਟੂ ਦਾ ਪ੍ਰੋਸੀਜਰ ਲੇਡ ਡਾਊਨ ਲਾਅ ਜੀ। ਜੱਜਿਸ ਨੂੰ ਬੇਸਿਕਲੀ ਬਿਨਾਂ ਪਬਲਿਕ ਓਪੀਨੀਅਨ ਤੋਂ ਪ੍ਰਭਾਵਿਤ ਹੋਏ ਆਪਣਾ ਜਿਹੜਾ ਹੈਗਾ ਡਿਸਬਰਸਮੈਂਟ ਆਫ ਜਸਟਿਸ ਜਿਹੜਾ ਹੈਗਾ ਉਹ ਦੇਣਾ ਚਾਹੀਦਾ ਜੀ। ਲੇਕਿਨ ਇਹ ਕਹਿਣਾ ਕਿ ਪਬਲਿਕ ਓਪੀਨੀਅਨ ਬਿਲਕੁਲ ਇਨਫਲੂਐਂਸ ਨਹੀਂ ਕਰਦਾ, ਇਹ ਵੀ ਗਲਤ ਹੈ। ਉਹਦੀ ਵਜ੍ਹਾ ਇਹ ਹੈਗੀ ਹੈ ਕਿ ਜਿਸ ਵੇਲੇ ਜੱਜ ਕੋਈ ਵੀ ਜਜਮੈਂਟ ਡਿਲੀਵਰ ਕਰਦਾ ਉਹਦੇ ਸਾਹਮਣੇ ਸਿਰਫ ਤੇ ਸਿਰਫ ਲਾਅ ਹੀ ਨਹੀਂ ਹੁੰਦਾ, ਉਹਦੇ ਵਾਸਤੇ ਜਿਹੜਾ ਪਬਲਿਕ ਓਪੀਨੀਅਨ, ਜਿਹੜਾ ਤੁਹਾਡਾ ਸੋਸਾਇਟੀ ਹੈ, ਸੋਸ਼ਲ ਨੋਰਮਸ ਹੈ, ਕਸਟਮਸ ਹੈ, ਟ੍ਰੈਡੀਸ਼ਨ, ਬੜੀਆਂ ਚੀਜ਼ਾਂ ਨੂੰ ਸਾਹਮਣੇ ਰੱਖ ਕੇ ਜਜਮੈਂਟ ਦਿੱਤੀ ਜਾਂਦੀ ਹੈ ਜੀ। ਇਸ ਕਰਕੇ ਆਪਾਂ ਬਿਲਕੁਲ ਇਹ ਨਹੀਂ ਕਹਿ ਸਕਦੇ ਕਿ ਪਬਲਿਕ ਓਪੀਨੀਅਨ ਇਨਫਲੂਐਂਸ ਨਹੀਂ ਕਰਦਾ ਜੀ। ਜਜਮੈਂਟ ਡਿਲੀਵਰ ਹੋਣੀ ਚਾਹੀਦੀ ਹੈ ਅਕੋਰਡਿੰਗ ਟੂ ਲਾਅ। ਕਿਸੇ ਵੀ ਤਰ੍ਹਾਂ ਇਹ ਨਹੀਂ ਹੋ ਸਕਦਾ ਕਿ ਜਿਹੜਾ ਲਾਅ ਹੈ ਉਹਨੂੰ ਬਿਲਕੁਲ ਪਾਸੇ ਰੱਖ ਕੇ ਜਜਮੈਂਟ ਦਿੱਤੀ ਜਾਵੇ। ਜਿਹੜਾ ਕਿ ਇਹ ਕੇਸ ਹੈ, ਪਰਟੀਕੂਲਰ ਕੇਸ ਜਿਹਦੀ ਆਪਾਂ ਐਗਜ਼ਾਮਪਲ ਦੇ ਰਹੇ ਹਾਂ ਜੀ। ਕੱਲ੍ਹ ਹੀ ਮੀਡੀਆ ਦੇ ਵਿੱਚ ਆਇਆ ਕਿ 4 ਦਿਨਾਂ ਦੇ ਵਿੱਚ ਬਿਹਾਰ ਦੇ ਵਿੱਚ ਇੱਕ ਜੱਜ ਨੇ ਇੱਕ ਰੇਪ ਕੇਸ ਦਾ ਫੈਸਲਾ ਕਰਕੇ ਉਹਨੂੰ ਫਾਂਸੀ ਦੀ ਸਜ਼ਾ ਵੀ ਦਿੱਤੀ ਜੀ। ਅਗਰ ਇਸ ਤਰ੍ਹਾਂ ਦੀ ਕੋਈ ਗੱਲ ਹੈਗੀ ਹੈ, ਉਹਦੇ ਵਿੱਚ ਇਹ ਨਾ ਹੋਵੇ ਕਿ ਆਪਾਂ ਜਿਵੇਂ ਤੁਸੀਂ ਕਿਹਾ ਕਿ ਜਸਟਿਸ ਅਗਰ ਹਰਿਡ ਐਂਡ ਜਸਟਿਸ ਵਰਿਡ ਵਾਲੀ ਗੱਲ ਹੋ ਜਾਵੇ, ਇਹ ਨਹੀਂ ਹੋਣੀ ਚਾਹੀਦੀ ਜੀ।
ਜਜਮੈਂਟ ਦੇ ਜਿਹੜਾ ਉਹ ਮਾਮਲਾ ਹੈ ਜਿਹੜਾ ਤੁਸੀਂ ਹੁਣੇ ਦੱਸਿਆ ਕਿ ਤੁਸੀਂ ਜਿਹਦਾ ਹਵਾਲਾ ਦੇ ਰਹੇ ਹੋ, ਉਹਦੇ ਬਾਰੇ ਤਾਂ ਇਹ ਕਿਹਾ ਜਾ ਸਕਦਾ ਨਾ ਕਿ ਉਹਦੇ ਉੱਤੇ ਜਿਹੜਾ ਇਸ ਵੇਲੇ ਲੋਕ ਰਾਏ ਪੂਰੇ ਮੁਲਕ ਦੇ ਵਿੱਚ ਬਣੀ ਹੋਈ ਹੈ ਉਹ ਅਸਰਅੰਦਾਜ਼ ਹੋਈ ਹੈ। ਨਹੀਂ, ਮੈਂ ਇਹ ਗੱਲ ਨਹੀਂ ਕਹੂੰਗਾ ਕਿਉਂਕਿ ਆਈ ਡੂ ਨਾਟ ਨੋ ਦ ਫੈਕਟਸ ਆਫ ਦ ਕੇਸ। ਜੀ, ਫੈਕਟਸ ਆਫ ਦ ਕੇਸ ਹੋ ਸਕਦਾ ਇਸ ਤਰੀਕੇ ਦੇ ਨਾਲ ਨਹੀਂ, ਉਹਦੇ ਵਿੱਚ ਜਿਹੜੀ ਫੁਰਤੀ ਜਿਸ ਤਰੀਕੇ ਦੀ ਦਿਖਾਈ ਗਈ ਹੈ, ਲੇਕਿਨ ਹਾਂ ਉਹ ਅਨਪ੍ਰੈਸੀਡੈਂਟਡ ਹੈ ਜੀ। ਇੰਡੀਅਨ ਲੀਗਲ ਸਿਸਟਮ ਦੇ ਵਿੱਚ ਤਾਂ ਇਟ ਇਜ਼ ਨੋਨ ਫॉर ਡਿਲੇਇੰਗ ਐਂਡ ਡਿਲੇਇੰਗ। ਇਹ ਤਾਂ 4 ਦਿਨਾਂ ਦੇ ਵਿੱਚ ਜਾਂ 4 ਹੀਅਰਿੰਗ ਦੇ ਵਿੱਚ ਫੈਸਲਾ ਕਰ ਦੇਣਾ ਇੱਕ ਹਫਤੇ ਦੇ ਵਿੱਚ, ਦੈਟ ਇਜ਼ ਅਨਪ੍ਰੈਸੀਡੈਂਟਡ। ਇੰਨੀ ਜਲਦੀ ਵੀ ਨਹੀਂ। ਇਹ ਦੇਖਣਾ ਚਾਹੀਦਾ ਕਿ ਜਿਹੜਾ ਲਾਅ ਹੈ ਉਹਦੇ ਸਾਰੇ ਪਹਿਲੂ ਨੂੰ ਦੇਖ ਲਿਆ ਗਿਆ, ਜਾਂ ਜਿਹੜੇ ਐਵੀਡੈਂਸਿਸ ਹੈ ਉਹ ਪ੍ਰੋਪਰਲੀ ਜਿਹੜੇ ਹੈਗੇ ਆ ਭੁਗਤ ਗਏ ਆ ਸਾਰੇ, ਉਸ ਤੇ ਬਿਨਾਂ ਨਹੀਂ ਜਜਮੈਂਟ ਦੇਣੀ। ਕਈ ਵਾਰ ਇਦਾਂ ਹੁੰਦਾ ਕਿ ਵੀ ਜਿਵੇਂ ਤੁਹਾਡੇ ਖਿਲਾਫ ਪਰਚਾ ਦਰਜ ਹੋਇਆ, ਪਰਚੇ ਦੇ ਤੁਸੀਂ ਇੱਕ ਵੱਡੇ ਜਿਹੜੇ ਸੀਨੀਅਰ ਅਫਸਰ ਨੂੰ ਕੰਪਲੇਂਟ ਕਰਦੇ ਹੋ ਕਿ ਵੀ ਮੇਰੇ ਖਿਲਾਫ ਇਹ ਨਜਾਇਜ਼ ਹੋਇਆ, ਇਹਦੇ ਤੇ ਇਨਕੁਆਇਰੀ ਕੀਤੀ ਜਾਵੇ। ਇਨਕੁਆਇਰੀ ਤੋਂ ਪਹਿਲਾਂ ਜਾ ਕੇ ਚਲਾਨ ਵੀ ਪੇਸ਼ ਕਰ ਦਿੱਤਾ ਜਾਂਦਾ। ਇਹ ਕਿਹਾ ਜਾਂਦਾ ਹੈ ਕਿ ਯੂ ਸ਼ੋ ਮੀ ਦਾ ਮੈਨ, ਆਈ ਵਿਲ ਸ਼ੋ ਯੂ ਦਾ ਰੂਲ। ਕਈ ਵਾਰ ਇਦਾਂ ਹੁੰਦਾ ਜੀ। ਕਈ ਵਾਰ ਕੀ ਹੁੰਦਾ ਹੈ ਕਿ ਕੋਈ ਵਾਰਦਾਤ ਹੋਈ ਜਿਹੜਾ ਤੁਸੀਂ ਇਹ ਪਰਚਾ ਦਰਜ ਹੋ ਜਾਂਦਾ ਹੈ, ਸ਼ੋ ਮੀ ਦਾ ਮੈਨ, ਆਈ ਵਿਲ ਸ਼ੋ ਯੂ ਦਾ ਰੂਲ, ਇਹਨੂੰ ਇਦਾਂ ਵੀ ਕਿਹਾ ਜਾ ਸਕਦਾ ਹੈ ਕਿ ਤੁਸੀਂ ਮਾਹੌਲ ਦਿਖਾਓ, ਮੈਂ ਫੈਸਲਾ ਦਿਆਂਗਾ। ਨਾਟ ਨੈਸੈਸਰੀਲੀ, ਮੈਂ ਇਸ ਦੇ ਨਾਲ ਐਂਟਾਇਰਲੀ ਐਗਰੀ ਨਹੀਂ ਕਰੂੰਗਾ, ਲੇਕਿਨ ਇਹ ਹੈਗਾ ਕਿ ਮਾਹੌਲ ਦਾ ਅਸਰ ਜ਼ਰੂਰ ਪੈਂਦਾ ਹੈ। ਜੀ ਬੈਂਸ ਸਾਹਿਬ, ਜਿਹੜਾ ਜਿਸ ਮਾਹੌਲ ਦੇ ਵਿੱਚ ਅਸੀਂ ਇਹ ਸਾਰੀ ਬਹਿਸ ਕਰ ਰਹੇ ਹਾਂ, ਉਹਦੇ ਵਿੱਚ ਖਾਸ ਤੌਰ ਦੇ ਉੱਤੇ ਇੱਕ ਤਾਂ ਗੱਲ ਇਹ ਹੈ ਕਿ ਵੀ ਮੀਡੀਆ ਜ਼ਿਆਦਾ ਉਛਾਲਦਾ ਕੁਝ ਮਾਮਲਿਆਂ ਨੂੰ, ਪਰ ਜਦੋਂ ਅਸੀਂ ਪੂਰੇ ਰੁਝਾਨ ਬਾਰੇ ਗੱਲ ਕਰਦੇ ਹਾਂ ਤੇ ਅਸੀਂ ਉਹਨਾਂ ਹੀ ਘਟਨਾਵਾਂ ਦੇ ਹਵਾਲੇ ਨਾਲ ਕਰਦੇ ਹਾਂ ਜਿਹਦੇ ਵਿੱਚ ਜ਼ਿਆਦਾ ਲੋਕਾਂ ਦੀ ਦਿਲਚਸਪੀ ਹੁੰਦੀ ਹੈ, ਜਿਹੜੇ ਸਾਡੇ ਸਾਹਮਣੇ ਆਉਂਦੇ ਨੇ, ਜਿਹੜੇ ਪੁਰਾਣੇ ਮਾਮਲੇ ਨੇ। ਜਿਵੇਂ ਮਤਲਬ ਅਸੀਂ ਜਦੋਂ ਵੀ ਗੱਲ ਕਰਾਂਗੇ, ਕਸਾਬ ਦੇ ਮਾਮਲੇ ਦੀ ਗੱਲ ਆਏਗੀ, ਅਫਜ਼ਲ ਦੇ ਮਾਮਲੇ ਦੀ ਗੱਲ ਆਏਗੀ, ਪਾਰਲੀਮੈਂਟ ਅਟੈਕ ਕੇਸ ਦੀ ਗੱਲ ਆਏਗੀ, ਰਾਜੀਵ ਗਾਂਧੀ ਮਰਡਰ ਕੇਸ ਦੀ ਗੱਲ ਆਏਗੀ। ਜਿਵੇਂ ਉਸ ਮਰਡਰ ਕੇਸ ਦੇ ਵਿੱਚ ਸੈਸ਼ਨ ਕੋਰਟ ਦੇ ਵਿੱਚ 41 ਬੰਦਿਆਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ, ਉਹਨੂੰ ਪਬਲਿਕ ਓਪੀਨੀਅਨ ਤੋਂ ਬਾਹਰ ਕਿਵੇਂ ਮੰਨਿਆ ਜਾ ਸਕਦਾ? ਨਹੀਂ, ਦੇਖੋ ਮੈਂ ਤਾਂ ਆਪ ਸੋਚਦਾ ਜਿਹੜਾ ਚਾਰਜਸ ਦਾ ਲਾਅ ਸੀ ਪਹਿਲਾਂ ਸੀ ਕਿ ਜੇ ਸਾਰੇ ਐਵੀਡੈਂਸ ਨੂੰ ਤੁਸੀਂ ਪੁਲਿਸ ਦੇ ਐਵੀਡੈਂਸ ਨੂੰ ਠੀਕ ਮੰਨ ਲਓ, ਫਿਰ ਸਜ਼ਾ ਦੇਣੀ ਹੋਵੇ ਤਾਂ ਫਿਰ ਚਾਰਜ ਲਗਾਓ, ਤਾਂ ਬਹੁਤ ਲੋਕ ਚਾਰਜ ਤੋਂ ਛੁੱਟ ਜਾਂਦੇ ਸੀ। ਬੰਬੇ ਬਲਾਸਟ ਵਿੱਚ ਪਹਿਲੀ ਵਾਰੀ ਉਹਨਾਂ ਦੇ ਕੋਈ ਐਵੀਡੈਂਸ ਹੈ ਨਹੀਂ ਸੀ, 80% ਬੰਦੇ ਬਾਅਦ ਚ ਕੁਇਟ ਹੋਏ ਸੁਪਰੀਮ ਕੋਰਟ ਤੋਂ, ਮਗਰ ਜੋ ਚਾਰਜ ਦੇ ਸਟੇਜ ਤੇ ਹੁਣ ਸਭ ਨੂੰ ਲੱਗਾ ਕਿ ਜੈਸੇ ਸਭ ਨੂੰ ਛੱਡ ਦੇਂਗੇ ਤਾਂ ਬੜਾ ਬੁਰਾ ਅਸਰ ਪਏਗਾ, ਤੇ ਸੁਪਰੀਮ ਕੋਰਟ ਨੇ ਚਾਰਜ ਦਾ ਲਾਅ ਹੀ ਇਹ ਬਦਲ ਦਿੱਤਾ ਕਿ ਜੇ ਜਿਹੜਾ ਫੈਸਲਾ ਉਹ ਸਬੂਤਾਂ, ਗਵਾਹਾਂ ਤੇ ਹਾਲਾਤ ਤੋਂ ਬਾਹਰ ਜਾ ਕੇ ਕਿਸੇ ਬਾਹਰ ਹੋਇਆ, ਪੁਰਾਣੇ ਲਾਅ ਤੋਂ ਬਾਅਦ ਵੀ ਹੋਇਆ। ਉਸ ਤੋਂ ਬਾਅਦ ਕੀ ਨੁਕਸਾਨ ਹੋਇਆ? ਦੇਖੋ, ਉਹਨਾਂ ਨੇ ਕਹਿਤਾ ਕਿ ਜੇ ਤੁਹਾਨੂੰ ਥੋੜਾ ਜਿਹਾ ਸ਼ੱਕ ਹੈ ਕਿ ਇਹਨੇ ਕ੍ਰਾਈਮ ਕੀਤਾ ਹੈ, ਚਾਹੇ ਉਹਨਾਂ ਸਾਰੇ ਸਬੂਤਾਂ ਨੂੰ ਠੀਕ ਮੰਨਦੇ ਵੀ ਸਜ਼ਾ ਦੇ ਇਸ ਸਟੇਜ ਤੇ ਨਾ, ਫਿਰ ਵੀ ਤੁਸੀਂ ਚਾਰਜ ਲਾ ਦਿਓ। ਉਹਦੇ ਨਾਲ ਕੀ ਹੋਇਆ? ਚਾਰਜ ਸਟੇਜ ਤੇ ਹੁਣ ਕਿਸੇ ਨੂੰ ਛੱਡਦਾ ਹੀ ਨਹੀਂ ਕੋਈ। ਵਿਦ ਦਾ ਰਿਜ਼ਲਟ ਕੋਰਟ ਐਕਚੁਅਲੀ ਕਲੌਗ ਹੋ ਗਏ। ਕਿਸੇ ਬੰਦੇ ਨੂੰ ਚਾਰਜ ਸਟੇਜ ਤੇ ਬਹੁਤ ਘੱਟ, ਹੁਣ ਕੋਰਟ ਅੱਗੇ ਕਾਫੀ 20-25% ਛੁੱਟ ਜਾਂਦੇ ਸੀ। ਤੇ ਉਹ ਹੈ ਕਿ ਆਪਾਂ ਦੇਖਿਆ ਕਿ ਲਾਅ ਤਾਂ ਬਹੁਤ ਜ਼ਿਆਦਾ ਸੋਸ਼ੀਓਲੋਜੀਕਲ ਰਿਐਲਿਟੀ ਨਾਲ ਕਨੈਕਟਡ ਹੈ। ਐਂਡ ਇਹ ਕਲੇਮ ਕਰਨਾ ਕਿ ਮੋਸਟ ਆਫ ਦਾ ਜੱਜਸ ਆਰ ਆਊਟ ਆਫ ਦਿਸ ਇਨਫਲੂਐਂਸ ਇਜ਼ ਵੈਰੀ ਡਿਫਿਕਲਟ। ਐਕਸੈਪਸ਼ਨਲ ਜੱਜ ਜ਼ਰੂਰ ਹੋਣਗੇ, ਬਟ ਆਪਾਂ ਜੇ ਐਵਰੇਜ ਦੇਖੀਏ ਤਾਂ ਕਾਫੀ ਜੱਜ ਇਨਫਲੂਐਂਸ ਹੋ ਜਾਂਦੇ ਨੇ। ਬੜੀ ਵਾਰੀ ਅਸੀਂ ਆਪ ਇਹ ਇਸਤੇਮਾਲ ਕੀਤਾ ਹੈ ਕਿ ਕਿਸੇ PIL ਕਰੋ ਤਾਂ ਉਸ ਤੋਂ ਪਹਿਲਾਂ ਖਬਰ ਲਵਾ ਦਿਓ, ਤਾਂ ਬੜਾ ਫਰਕ ਪੈ ਜਾਂਦਾ ਕਿ ਉਹਦਾ ਡਿਸਮਿਸਲ ਹੋਣਾ ਜਾਂ ਉਹਦਾ ਨੋਟਿਸ ਆਫ ਮੋਸ਼ਨ ਹੋਣਾ, ਵਿਚ ਇਜ਼ ਨਾਟ ਅ ਗੁੱਡ ਪ੍ਰੈਕਟਿਸ। ਡਿਸਕਰੇਜ ਕਰਨੀ ਚਾਹੀਦੀ, ਬਟ ਇਹ ਵੀ ਹੁੰਦਾ ਹੈ। ਇਹਦਾ ਮਤਲਬ ਹੈ ਕਿ ਕੁਝ ਤਾਂ ਅਸਰ ਹੁੰਦਾ ਹੀ ਹੋਏਗਾ ਜੇ ਹਲੇ ਵੀ ਲੋਕ ਇਹ ਚੀਜ਼ ਪ੍ਰੈਕਟਿਸ ਵਰਤਦੇ ਨੇ। ਮਤਲਬ ਕਿਤੇ ਨਾ ਕਿਤੇ ਕੋਈ ਭਰੋਸੇਯੋਗਤਾ ਦਾ ਸੰਕਟ ਚੱਲ ਰਿਹਾ? ਨਹੀਂ, ਮੇਰੇ ਹਿਸਾਬ ਨਾਲ ਬਹੁਤ ਮੁਸ਼ਕਿਲ ਹੁੰਦਾ। ਇਟ ਰਿਕੁਆਇਰਸ ਅ ਰੀਅਲੀ ਫਿਲਾਸੋਫਿਕਲ ਟ੍ਰੇਨਡ ਮਾਈਂਡ ਟੂ ਬੀ ਕੰਪਲੀਟਲੀ ਫ੍ਰੀ ਫਰਮ ਆਲ ਇਨਫਲੂਐਂਸ। ਜਿਹੜਾ ਸਾਡਾ ਆਈਡੀਅਲ ਦਾ ਜੱਜ ਤਾਂ ਇਹੀ ਹੈ ਨਾ ਕਿ ਜਿਹਨੂੰ ਕੋਈ ਵੀ ਇਨਫਲੂਐਂਸ ਸਿਵਾਏ ਸਬੂਤਾਂ ਦੇ ਆਧਾਰ ਤੇ ਕੋਈ ਕਰੇ ਨਾ। ਬਟ ਇਹ ਚੀਜ਼ ਅਲਟੀਮੇਟਲੀ ਆਈਡੀਅਲ ਹੈ। ਜੇ ਤੁਸੀਂ ਡੇ ਟੂ ਡੇ ਫੰਕਸ਼ਨ ਦੇਖੋਗੇ ਕੋਰਟਸ ਦਾ ਬਹੁਤ ਫਰਕ ਪੈਂਦਾ ਹੈ। ਜੀ, ਜਸਟਿਸ ਗਰੇਵਾਲ, ਇੱਕ ਤਾਂ ਮਸਲਾ ਇਹ ਹੈ ਕਿ ਕਿਉਂਕਿ ਜੱਜ ਵੀ ਇਸੇ ਸਮਾਜ ਦਾ ਹਿੱਸਾ ਨੇ, ਉਹਨਾਂ ਦਾ ਜਿਹੜਾ ਵੀ ਓਪੀਨੀਅਨ, ਜਿਹੜੀ ਵੀ ਰਾਏ ਬਣ ਰਹੀ ਹੈ ਉਹ ਇਸ ਸਮਾਜ ਦੇ ਵਿੱਚ ਹੀ ਵਿਚਾਰ ਚਰਚਾ ਨਾਲ ਬਣ ਰਹੀ ਹੈ। ਇਹ ਵੀ ਇੱਕ ਅਸਰਅੰਦਾਜ਼ ਹੋ ਸਕਦੀ ਹੈ। ਦੂਜਾ, ਜਿਹੜੀ ਆਪਣੇ ਐਡਵੋਕੇਟ ਬੈਂਸ ਗੱਲ ਕਰ ਰਹੇ ਨੇ ਕਿ ਬਹੁਤ ਵਾਰ ਇੱਦਾਂ ਪਹਿਲਾਂ ਹੁੰਦਾ ਸੀਗਾ ਕਿ ਜਿਹੜਾ ਟਰਾਇਲ ਕੋਰਟ ਦੇ ਵਿੱਚ ਬਹੁਤ ਸਾਰੇ ਬੰਦੇ ਛੁੱਟ ਜਾਂਦੇ ਸੀਗੇ, ਪਰ ਹੁਣ ਉੱਥੇ ਜ਼ਿਆਦਾ ਜੋਖਮ ਨਹੀਂ ਲਿਆ ਜਾਂਦਾ, ਜ਼ਿਆਦਾ ਬੰਦੇ ਕਨਵਿਕਟ ਹੋ ਜਾਂਦੇ ਨੇ। ਦੇਖੋ ਜੀ, ਐਸੀ ਗੱਲ ਹੈ ਕਿ ਟਰਾਇਲ ਕੋਰਟ ਦੇ ਵਿੱਚ ਕਨਵਿਕਸ਼ਨ ਹੁੰਦੀ ਹੈ ਤੇ ਐਕੁਇਟਲ ਹੁੰਦੀ ਹੈ ਜੀ, ਤੇ ਜੱਜ ਨੇ ਐਵੀਡੈਂਸ ਵੇਖ ਕੇ ਤੇ ਕਨਵਿਕਸ਼ਨ ਕਰਨੀ ਹੈ, ਐਕੁਇਟਲ ਕਰਨੀ ਹੈ ਜੀ। ਬਾਕੀ ਇਹ ਜਿਹੜੀ ਤੁਸੀਂ ਗੱਲਾਂ ਕਰ ਰਹੇ ਹੋ ਨਾ, ਇਹ ਦੇ ਆਰ ਆਊਟਸਾਈਡ ਦੀ ਸਕੋਪ ਆਫ ਲਾਅ ਜੀ, ਟੋਟਲੀ ਆਊਟਸਾਈਡ। A well-trained judge looks at the evidence, looks at the law. ਉਹ ਪਹਿਲਾਂ ingredients ਦੇਖੇਗਾ ਜੀ, evidence does it fulfill, ਉਹ ਜਿਹੜੇ offense ਦੇ ingredients ਹੈਗੇ ਉਹ ਬਣਦੇ ਹੈਗੇ ਆ, ਨਹੀਂ ਬਣਦੇ, is it a lesser offense, ਤੇ ਉਹ ਫੈਸਲੇ ਹੁੰਦੇ ਆ ਜੀ। ਤੇ it is very unfortunate if judges get carried away by this media and all. ਇੱਕ ਜਿਹੜਾ ਬਹੁਤ ਹੀ ਹਾਈ ਪ੍ਰੋਫਾਈਲ ਕੇਸ ਦੇ ਇੱਕ ਤੁਹਾਨੂੰ ਮਿਸਾਲ ਦਵਾਂਗਾ ਕਿ ਪਾਰਲੀਮੈਂਟ ਅਟੈਕ ਕੇਸ ਹੈ, ਉਹਦੇ ਵਿੱਚ ਜਦੋਂ ਸੈਸ਼ਨ ਕੋਰਟ ਨੇ ਫੈਸਲਾ ਸੁਣਾਇਆ ਤੇ 4 ਬੰਦਿਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਬਾਅਦ ਦੇ ਵਿੱਚ ਹਾਈ ਕੋਰਟ ਦੇ ਵਿੱਚੋਂ
ਇੱਕ ਬੰਦੇ ਨੂੰ ਬਰੀ ਕਰ ਦਿੱਤਾ ਗਿਆ, 2 ਬੰਦਿਆਂ ਨੂੰ ਬਰੀ ਕਰ ਦਿੱਤਾ ਗਿਆ, ਤੇ ਫਿਰ ਹਾਈ ਕੋਰਟ ਨੇ ਜਾ ਕੇ ਇੱਕ ਬੰਦੇ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਤਬਦੀਲ ਕਰ ਦਿੱਤਾ, ਤੇ ਜਿਹੜੀ ਜਜਮੈਂਟ ਉਹਦੇ ਵਿੱਚ ਲਿਖਿਆ ਹੈ ਟੂ ਸੈਟੀਸਫਾਈ ਦਾ ਕਲੈਕਟਿਵ ਕੌਨਸ਼ੀਅੰਸ ਆਫ ਨੇਸ਼ਨ। ਇਹ ਨਾ ਐਵੀਡੈਂਸ ਹੈ ਨਾ ਇਹ ਕਿਸੇ ਤਰੀਕੇ ਦਾ ਹੋਰ ਕੁਛ ਹੈ। ਉਹ You see, unfortunate it is that I have experience of trial court as a lawyer, 3 years. Then I have a 10 years experience as a high court advocate. 15 years experience as a trial court judge. And then 9 years experience as a high court judge. ਤੇ unfortunately trial ਦੇ procedures ਨੂੰ, trial ਦੀ law ਨੂੰ ਬਹੁਤ ਘੱਟ judges ਸਮਝਦੇ ਨੇ। ਤੇ ਸੁਪਰੀਮ ਕੋਰਟ ਦੇ ਜੱਜਸ ਕਰਦੇ ਹੋਏ ਹੈਗੇ ਨੇ ਇਨਕਮ ਟੈਕਸ ਦਾ ਕੰਮ, ਤੇ ਸੁਪਰੀਮ ਕੋਰਟ ਦੇ ਜੱਜ ਬਣ ਜਾਂਦੇ ਉਹ ਫਿਰ ਕ੍ਰਿਮੀਨਲ ਲਾਅ ਦੇ ਸਾਰਾ ਟੌਪ ਸੀਟਰ ਵੀ ਕਰ ਦਿੰਦੇ। ਇਹ ਪ੍ਰੈਸੀਡੈਂਟ ਬੜੇ ਗਲਤ ਸੈੱਟ ਹੋਏ ਨੇ, ਹੁਣ ਹੌਲੀ ਹੌਲੀ ਠੀਕ ਹੋ ਰਹੇ ਨੇ। ਫੋਰ ਇੰਸਟੈਂਸ ਇਸ ਕੇਸ ਦੇ ਜਦੋਂ ਤੁਸੀਂ ਇਹ ਐਡੀ ਵੱਡੀ ਇਹ ਬਿਆਨ ਦਿੰਦੇ ਹੋ ਤੇ ਜਿਹੜੇ ਖਦਸ਼ੇ ਨੇ ਬੇਇਨਸਾਫੀ ਦੇ ਉਹ ਜ਼ਿਆਦਾ ਵੱਧ ਜਾਂਦੇ ਨੇ। ਬਿਲਕੁਲ ਵੱਧਦੇ ਨੇ। ਹੁਣ ਅਫਜ਼ਲ ਗੁਰੂ ਇਜ਼ ਟੋਟਲੀ ਉਹਦੀ ਮਿਸਟ੍ਰਾਇਲ ਹੋਈ ਹੈ, 4 ਸਾਲ ਹੀ ਡਿਡ ਨਾਟ ਹੈਵ ਅ ਲਾਇਰ। 4 ਸਾਲ ਹੀ ਵਾਸ ਨੋਟ ਅਨਡਿਫੈਂਡਡ, ਤੇ ਉਹਨੂੰ ਡੈਥ ਸੈਂਟੈਂਸ ਕਰ ਰਹੇ ਹੋ ਤੁਸੀਂ। ਹੀ ਵਾਸ ਨਾਟ ਈਵਨ ਪ੍ਰੈਜ਼ੈਂਟ ਐਟ ਦ ਸਪੌਟ। ਤੇ ਉਹਨੇ ਕਹਿੰਦਾ ਠੀਕ ਹੈ ਜੀ ਮੈਂ ਕਾਰ ਅਰੇਂਜ ਕੀਤੀ ਸੀ ਇਹਨਾਂ ਬੰਦਿਆਂ ਲਈ, ਦੈਟਸ ਆਲ। ਸੋ ਟੋਟਲ ਮਿਸਕੈਰੇਜ ਆਫ ਜਸਟਿਸ। ਲੇਕਿਨ ਮੀਡੀਆ ਵਿਲ ਮੇਕ ਸ਼ੋਰ ਦੈਟ ਹੀ ਇਜ਼ ਹੈਂਗਡ। ਸੋ then who is to blame? ਨਹੀਂ, ਮੀਡੀਆ ਦਾ ਇਹ ਸਵਾਲ ਵੀ ਕਰ ਰਿਹਾ ਨਾ ਕਿ ਉਹਨਾਂ ਨੇ ਇਹ ਕਿਹਾ ਕਿ ਵੀ ਟੂ ਸੈਟੀਸਫਾਈ ਦਾ ਕਲੈਕਟਿਵ ਕੌਨਸ਼ੀਅੰਸ ਆਫ ਨੇਸ਼ਨ। ਜੀ ਤੁਸੀਂ ਕੁਝ ਕਹਿਣ ਲੱਗੇ ਸੀ? ਨਹੀਂ ਬਿਆਨ ਸਿੰਘ ਦੇ ਕੇਸ ਵਿੱਚ ਇੱਕ ਬੰਦੇ ਨੂੰ ਤੁਸੀਂ 12 ਸਾਲ ਬਾਅਦ ਟ੍ਰਾਇਲ ਤੋਂ ਬਾਅਦ ਛੱਡਿਆ, ਉਹਨੂੰ ਜ਼ਮਾਨਤ ਨਹੀਂ ਮਿਲੀ, ਉਹਦੇ ਖਿਲਾਫ ਇੱਕ ਵੀ ਸ਼ਬਦ ਨਹੀਂ ਸੀ, ਇੱਕ ਵੀ ਸ਼ਬਦ ਐਵੀਡੈਂਸ ਦੇ ਵਿੱਚ, ਪਰ ਕਿਸੇ ਜੱਜ ਨੇ ਡਰ ਦੇ ਮਾਰੇ ਉਹਨੂੰ ਜ਼ਮਾਨਤ ਦੇ ਦਿੱਤੀ ਕਿਉਂਕਿ ਮੀਡੀਆ ਨੇ ਉਹਦੇ ਮਗਰ ਪੈ ਜਾਣਾ ਸੀ। ਤੁਸੀਂ ਬਿਆਨ ਸਿੰਘ ਦੇ ਅਸੈਸੀਨੇਸ਼ਨ ਦੇ ਦਿੱਤੀ, ਅਲਟੀਮੇਟਲੀ ਟ੍ਰਾਇਲ ਕੋਰਟ ਨੇ ਉਹਨੂੰ ਕੁਇਟ ਕੀਤਾ ਕਿਉਂਕਿ ਉਹਦੇ ਖਿਲਾਫ ਇੱਕ ਸ਼ਬਦ ਵੀ ਨਹੀਂ ਸੀ। ਪਰ ਮਗਰ ਕਿਸੇ ਜੱਜ ਦੀ ਜਦੋਂ ਆਪਾਂ ਮੀਡੀਆ ਦੀ ਗੱਲ ਕਰਦੇ ਹਾਂ ਤੇ ਕੁਝ ਮਾਮਲੇ ਐਦਾਂ ਦੇ ਵੀ ਨੇ ਕਿ ਜਿਹੜੇ ਬੰਦਿਆਂ ਨੂੰ ਬਾਰੇ ਲੋਕ ਰਾਏ ਇਹ ਸੀਗੀ ਕਿ ਵੀ ਇਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਦੋਸ਼ੀ ਨੇ, ਪਰ ਉਹਨਾਂ ਨੂੰ ਅਦਾਲਤ ਦੇ ਵਿੱਚੋਂ ਰਾਹਤ ਮਿਲੀ ਤੇ ਮੀਡੀਆ ਦੇ ਰੌਲੇ ਪਾਉਣ ਤੋਂ ਬਾਅਦ ਹੀ ਉਹ ਮਸਲਾ ਹੋਇਆ। ਆਪਣੇ ਹਰਿਆਣੇ ਦਾ ਪੰਚਕੂਲੇ ਦਾ ਰੋਚਿਕਾ ਕੇਸ ਹੈ, ਜੈਸਿਕਾ ਲਾਲ ਕੇਸ ਹੈ, ਇਹਨਾਂ ਨੂੰ ਵੱਖਰੇ ਕਰ ਰੱਖ ਕੇ ਕਿਵੇਂ ਦੇਖਾਂਗੇ ਅਸੀਂ? ਨਹੀਂ, ਤੁਸੀਂ ਦੇਖੋ ਮੀਡੀਆ ਦਾ ਸਭ ਤੋਂ ਜ਼ਿਆਦਾ ਨੁਕਸਾਨ ਕੀ ਹੁੰਦਾ ਹੈ, ਆ ਵੱਡੇ ਕੇਸਾਂ ਤੋਂ ਚਲੋ ਅਲੱਗ ਹੈ, ਦੇ ਆ ਕਲਾਸ ਅਪਾਰਟ। ਤੁਸੀਂ ਆਮ ਕੇਸ ਨੂੰ ਪੁਲਿਸ ਫੜਦੀ ਹੈ, ਕਹਿੰਦੇ ਕਿ ਬਹੁਤ ਵੱਡਾ ਟੈਰਰਿਸਟ ਪਕੜਿਆ ਗਿਆ, ਉਹ ਸਾਰੀ ਉਮਰ ਇਹ ਦਾਗ ਆਪਣੇ ਤੋਂ ਹਟਾ ਨਹੀਂ ਸਕਦਾ ਕਿ ਮੈਂ ਬਹੁਤ ਵੱਡਾ ਟੈਰਰਿਸਟ। ਜੋ ਛੁੱਟਦਾ ਉਹ ਤਾਂ ਕਿਸੇ ਖਬਰ ਨਹੀਂ ਲੱਗਦੀ, ਮਗਰ ਉਦੋਂ ਜਦੋਂ ਫੋਟੋ ਚੱਲਦੀ ਉਹਦੇ ਇੱਕ ਗਨ ਤੇ ਉਹਦੇ ਇੰਨਾ ਟੈਗ ਲੱਗਦਾ, ਆਪਣੇ ਪਿੰਡ ਨਹੀਂ ਜਾ ਸਕਦਾ, ਸੋਸ਼ਲੀ ਆਸਟਰਸਾਈਜ਼ ਹੋ ਜਾਂਦਾ ਹੈ, ਉਹਦੀ ਜ਼ਿੰਦਗੀ ਬਿਲਕੁਲ ਬਦਲ ਜਾਂਦੀ ਹੈ। ਔਰ ਇਹ ਬਿਨਾਂ ਕੰਪਲੀਟਲੀ ਇਰਰਿਸਪੌਂਸਿਬਲ, ਤੁਸੀਂ ਹਲੇ ਕੋਈ ਆਪਣੀ ਇਨਵੈਸਟੀਗੇਸ਼ਨ ਨਹੀਂ ਕੀਤੀ, ਕੱਲ੍ਹ ਪੁਲਿਸ ਨੇ ਇਨਵੈਸਟੀਗੇਸ਼ਨ ਕਰਨੀ ਹੈ, ਸਿਰਫ ਹਲੇ ਪਹਿਲਾ ਦਿਨ ਹੈ। ਇਹ ਇੰਨੇ ਬੰਦਿਆਂ ਦੀ ਲਾਈਫ ਸ਼ੈਟਰ ਹੁੰਦੀ ਹੈ ਇਸ ਪ੍ਰੀ ਇਨਵੈਸਟੀਗੇਸ਼ਨ ਪਬਲਿਸਿਟੀ ਦੀ। ਪਹਿਲਾਂ ਤਾਂ ਪ੍ਰੀ ਟ੍ਰਾਇਲ ਹੈ ਨਾ, ਇੱਥੇ ਪ੍ਰੀ ਇਨਵੈਸਟੀਗੇਸ਼ਨ ਪਬਲਿਸਿਟੀ। ਔਰ ਮੀਡੀਆ ਜਿਹੜਾ ਰਿਪੋਰਟ ਕਰ ਰਿਹਾ ਉਹ ਇੰਨੀ ਵੀ ਹਿੰਮਤ ਨਹੀਂ ਕਰਦਾ ਕਿ ਥੋੜਾ ਜਿਹਾ ਤਾਂ ਆਪਣੇ ਤੇ ਇਨਵੈਸਟੀਗੇਸ਼ਨ ਕਰ ਲੈ। ਤੁਸੀਂ ਸੱਚ ਔਰ ਝੂਠ ਨੂੰ ਬਿਲਕੁਲ ਕਿਸੇ ਦੇ ਕਹਿਣ ਤੇ ਤਾਂ ਨਹੀਂ ਮੰਨੋਗੇ, ਤੁਸੀਂ ਅਲਟੀਮੇਟਲੀ ਇੰਨੀ ਵੱਡੀ ਪਾਵਰ ਹੈ ਤੁਹਾਡੇ ਕੋਲ, ਤੁਸੀਂ ਆਪਣੀ ਇਨਵੈਸਟੀਗੇਸ਼ਨ ਕਰੋਗੇ ਕਿ ਨਹੀਂ ਕਰੋਗੇ। ਔਰ ਇਹੀ ਚੀਜ਼ ਤਹਿਲਕਾ ਨੇ ਬਹੁਤ ਵਾਰੀ ਕਿਹਾ ਕਿ ਮੀਡੀਆ ਹਮੇਸ਼ਾ ਕਹਿੰਦਾ ਜੀ ਉਹਦਾ ਵਰਸ਼ਨ ਮੇਰਾ ਵਰਸ਼ਨ, ਤੁਸੀਂ ਕੁਝ ਆਪ ਵੀ ਆਪਣਾ ਦਿਮਾਗ ਲਾਓਗੇ, ਤੁਸੀਂ ਸੱਚ ਔਰ ਝੂਠ ਦਾ ਫੈਸਲਾ ਆਪ ਵੀ ਕਰੋਗੇ। ਜੇ ਭਾਵਨਾਵਾਂ ਨੂੰ ਥੋੜੀ ਦੇਰ ਇੱਕ ਪਾਸੇ ਰੱਖ ਕੇ ਆਪਾਂ ਦਿੱਲੀ ਵਾਲੇ ਕੋਰਟ ਤੇ ਸਵਾਲ ਕਰੀਏ ਵੀ ਕੱਲ ਨੂੰ ਕੋਈ, ਜਿਵੇਂ ਤੁਸੀਂ ਕਿਹਾ ਕਿ ਜੱਜ ਇਸ ਗੱਲ ਲਈ ਜੋਖਮ ਨਹੀਂ ਉਠਾਉਣਗੇ ਕਿ ਉਹਨਾਂ ਚੋਂ ਕਿਸੇ ਬੰਦੇ ਨੂੰ ਛੱਡ ਦਿੱਤਾ ਹੈ, ਮੀਡੀਆ ਕਿਵੇਂ ਕਹਿ ਸਕਦਾ ਕਿ ਵੀ ਆਹ ਬੰਦਾ ਉਹਦਾ ਗਵਾਂਢੀ ਸੀਗਾ ਜਾਂ ਇਹਨੂੰ ਗਲਤ ਫਰੇਮ ਕੀਤਾ ਗਿਆ ਇਸ ਮਾਮਲੇ ਦੇ ਵਿੱਚ? ਦੇਖੋ, ਜਦੋਂ ਤੁਸੀਂ ਇੱਕ ਵਰਸ਼ਨ ਲੈਂਦੇ ਹੋ, ਜਦੋਂ ਪੁਲਿਸ ਪਹਿਲਾਂ ਪਕੜਦੀ ਹੈ ਉਦੋਂ ਸਿਰਫ ਪੁਲਿਸ ਵਰਸ਼ਨ ਹੁੰਦਾ ਹੈ। ਜੇ ਤੁਸੀਂ ਥੋੜਾ ਜਿਹਾ ਅੱਗੇ ਵਧੋ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਜੀ ਖਾਸੇ ਡਾਊਟ ਹੈ, ਬਟ ਉਹਦੇ ਟਾਈਮ ਲੱਗਦਾ, ਉਹ 'ਚ ਮਿਹਨਤ ਲੱਗਦੀ ਹੈ। ਤਾਂ ਇਸ ਕਰਕੇ ਤੁਸੀਂ ਇਮੀਡੀਏਟਲੀ ਉਹੀ ਵਰਸ਼ਨ ਛਾਪ ਦਿੰਦੇ ਕਿਉਂਕਿ ਤੁਹਾਡੇ ਕੋਲ ਟਾਈਮ ਨਹੀਂ ਹੈ, ਤੁਹਾਡੇ ਕੋਲ ਸਪੀਡ ਹੈ, ਤੁਸੀਂ ਕੰਪੀਟੀਸ਼ਨ ਕਰਨਾ ਹੈ। ਮਗਰ ਇਹਨੂੰ ਹੀ ਆਪਾਂ ਇਰਰਿਸਪੌਂਸਿਬਲ ਕਹਿੰਦੇ ਕਿ ਤੁਹਾਡੇ ਰਿਪੋਰਟਿੰਗ ਨਾਲ ਕਿਸੇ ਦੀ ਜ਼ਿੰਦਗੀ ਬਦਲ ਜਾਣੀ ਹੈ, ਔਰ ਵਾਕਈ ਆਮ ਬੰਦੇ ਦੀ ਜ਼ਿੰਦਗੀ ਤਾਂ ਬਦਲ ਜਾਂਦੀ ਹੈ। ਆਮ ਬੰਦਾ ਤਾਂ ਐਸਾ ਸਟਿਗਮੇਟਾਈਜ਼ ਹੁੰਦਾ ਹੈ ਕਿ ਦੁਬਾਰਾ ਦੇਖੋ, ਜਿਹੜਾ ਥੋੜਾ ਇਨਫਲੂਐਂਸ਼ੀਅਲ ਪਰਸਨ ਉਹ ਤਾਂ ਆਪਣਾ ਵਿਊ ਪੁਆਇੰਟ ਵੀ ਦਿੰਦਾ ਹੈ, ਉਹ ਤਾਂ ਆਪਣੇ ਰਿਪੋਰਟਰ ਨੂੰ ਵੀ ਦਿੰਦਾ ਹੈ, ਹਜ਼ਾਰ ਹੈ, ਬਟ ਜਿਹੜਾ ਆਮ ਗਰੀਬ ਬੰਦਾ ਹੈ ਉਹ ਤਾਂ ਇੱਕ ਵਾਰੀ ਜਿਹੜਾ ਲੱਗ ਗਿਆ ਟੈਗ ਉਹ ਛੁੱਟਦਾ ਨਹੀਂ। ਇਸ ਕਰਕੇ ਮੇਰੇ ਹਿਸਾਬ ਨਾਲ ਜਿਹੜੀ ਪਹਿਲੀ ਪਬਲਿਸਿਟੀ ਹੈ ਉਹ ਤਾਂ ਬਹੁਤ ਹੀ ਰਿਸਪੌਂਸਿਬਲ ਨਾ ਦੇਣੀ ਚਾਹੀਦੀ ਬਿਫੋਰ ਯੂ ਕੰਡੈਮ ਅ ਪਰਸਨ। ਜੀ ਤੁਸੀਂ ਕਿਉਂਕਿ ਮੀਡੀਆ ਨੂੰ ਵੀ ਸਟੱਡੀ ਕਰਦੇ ਹੋ, ਅਦਾਲਤ ਨੂੰ ਵੀ ਸਟੱਡੀ ਕਰਦੇ ਹੋ। ਮੈਂ ਇਹਨਾਂ ਨਾਲ ਕਾਫੀ ਹੱਦ ਤੱਕ ਸਹਿਮਤ ਹਾਂ। ਦੇਖੋ ਇੱਦਾਂ ਵੀ ਕੁਝ ਕੇਸਿਸ ਐਸੇ ਹੋਏ ਆ ਸਾਡੇ ਮੀਡੀਆ ਟ੍ਰਾਇਲ। ਜੀ ਪ੍ਰਿਯਦਰਸ਼ਨੀ ਮੱਟੂ ਦਾ ਕੇਸ ਸੀ ਜੀ, ਆਰੁਸ਼ੀ ਤਲਵਾਰ ਦਾ ਕੇਸ ਸੀਗਾ। ਇਸ ਕੇਸ ਦੇ ਵਿੱਚ ਨੂਪੁਰ ਤਲਵਾਰ ਜਦ ਤੱਕ ਅੰਦਰ ਨਹੀਂ ਚਲੀ ਗਈ ਮੀਡੀਆ ਮਗਰ ਪਿਆ ਰਿਹਾ ਜੀ। ਰੁਚਿਕਾ ਵਾਲੇ ਕੇਸ ਦੇ ਵਿੱਚ ਮੀਡੀਆ ਦਾ ਇਨਫਲੂਐਂਸ ਇੰਨਾ ਸੀਗਾ ਕਿ ਇੱਕ ਬੰਦਾ ਜਾਣ ਨਹੀਂ ਪਹਿਚਾਣ ਨਹੀਂ ਆ ਕੇ ਉਹਦੇ ਪਰ ਕੋਰਟ ਕੰਪਲੈਕਸ ਦੇ ਵਿੱਚ ਅਟੈਕ ਕਰ ਗਿਆ, ਡੀਜੀਪੀ ਜਿਹੜਾ ਸੀਗਾ ਰਾਠੌਰ ਦੇ ਉੱਪਰ, ਜੀ ਬਿਕਾਜ਼ ਆਫ ਦਾ ਮੀਡੀਆ ਟ੍ਰਾਇਲ। ਆਪਣੇ ਜੈਸਿਕਾ ਲਾਲ ਦਾ ਕੇਸ ਦੂਜਾ ਪੱਖ ਵੀ ਇਹ ਹੈ ਕਿ ਵੀ ਜਿਹੜੇ ਬੰਦੇ ਨੂੰ ਬਾਅਦ ਦੇ ਵਿੱਚ ਅਦਾਲਤ ਸਜ਼ਾ ਸੁਣਾਉਂਦੀ ਹੈ ਪਹਿਲਾਂ ਉਹਨੂੰ ਬਰੀ ਵੀ ਕੀਤਾ ਗਿਆ ਨਾ, ਮੀਡੀਆ ਕਾਰਨ ਹੀ ਉਹ ਜਿਹੜਾ ਮੁਕੱਦਮਾ ਸੀ ਨਵੇਂ ਸਿਰੇ ਤੋਂ ਖੁੱਲਿਆ। ਮੈਂ ਤੁਹਾਨੂੰ ਇੱਕ ਹੋਰ ਬੜੀ ਐਗਜ਼ਾਮਪਲ ਦਿੰਦਾ। ਇੱਕ ਸਵਾਮੀ ਜੈਨਿੰਦਰ ਸੀਗੇ, ਉਹਨਾਂ ਪਰ ਇਸੇ ਤਰੀਕੇ ਦੇ ਨਾਲ ਮੀਡੀਆ ਟ੍ਰਾਇਲ ਚੱਲਿਆ ਕਿ ਜੋ ਉਹਨਾਂ ਨੇ ਮਰਡਰ ਕਰਤਾ ਆਪਣੇ ਮੱਠ ਦੇ ਵਿੱਚ ਜੀ। ਸੁਪਰੀਮ ਕੋਰਟ ਹਾਈ ਕੋਰਟ ਨੇ ਕਿਹਾ ਦੇयर इज नो ਮਟੀਰੀਅਲ ਐਵੀਡੈਂਸ ਇਨ ਦੈਟ, ਲੇਕਿਨ ਅਗਲੇ ਦੀ ਜੋ ਛਵੀ ਜੋ ਇਮੇਜ ਖਰਾਬ ਹੋਈ
ਉਹਨੂੰ ਕੋਈ ਨਹੀਂ ਦੁਬਾਰਾ ਤੁਸੀਂ ਉਹ ਕਰ ਸਕਦੇ। ਉਹਦੀ ਮੁੜ ਬਹਾਲੀ ਇਸ ਕਰਕੇ ਮੈਂ ਕਹਿਣਾ ਕਿ ਮੀਡੀਆ ਦਾ ਅਗਰ ਮੀਡੀਆ ਬਹੁਤ ਜ਼ਿਆਦਾ ਐਕਸਪੈਂਡ ਕਰ ਗਿਆ, ਨੋ ਡਾਊਟ ਮੀਡੀਆ ਦੀ ਐਕਸਪੈਂਸ ਹਰ ਘਰ, ਹਰ ਜਗ੍ਹਾ, ਹਰ ਦਿਮਾਗ ਤੱਕ ਪਹੁੰਚ ਗਈ ਹੈ, ਲੇਕਿਨ ਰਿਸਪੌਂਸਿਬਿਲਿਟੀ ਵੀ ਉਨੀ ਜ਼ਿਆਦਾ ਹੋਣੀ ਚਾਹੀਦੀ ਹੈ। ਜਦ ਅਸੀਂ ਕੋਈ ਵੀ ਸਿਰਫ ਇਸ ਕਰਕੇ ਵੀ ਇੱਕ ਚੈਨਲ ਨੇ ਕੋਈ ਖਬਰ ਚੱਕ ਲਈ ਤਾਂ ਸਾਡਾ ਵੀ ਫਰਜ਼ ਹੈ ਅਸੀਂ ਵੀ ਉਹਨੂੰ ਚੱਕ ਕੇ ਉਹਨੂੰ ਤੁਰੀਏ, ਤਾਂ ਹੀ ਸਾਡੀ TRP ਬਣੇਗੀ। ਇਹ ਚੀਜ਼ ਦਿਮਾਗ ਦੇ ਵਿੱਚ ਨਹੀਂ ਹੋਣੀ ਚਾਹੀਦੀ। ਅਗਰ ਇਹ ਦਿਮਾਗ 'ਚ ਆਉਂਦੀ ਹੈ ਤਾਂ ਤੁਸੀਂ ਆਪਣੀ ਰਿਸਪੌਂਸਿਬਿਲਿਟੀ ਤੋਂ ਕਿਤੇ ਨਾ ਕਿਤੇ ਦੂਰ ਹੋ ਜਾਂਦੇ ਹੋ। ਮੀਡੀਆ ਦੀ ਰਿਸਪੌਂਸਿਬਿਲਿਟੀ ਜਿਹੜੀ ਹੈਗੀ, ਮੈਂ ਸ਼ੁਰੂ ਦੇ ਵਿੱਚ ਇੱਕ ਗੱਲ ਕਹੀ ਸੀਗੀ, ਇੱਕ ਤਾਂ ਮੀਡੀਆ ਟ੍ਰਾਇਲ ਹੈ, ਇੱਕ ਮੀਡੀਆ ਐਕਟਿਵਿਜ਼ਮ ਹੈ। ਜੀ, ਜਿਹੜਾ ਮੀਡੀਆ ਐਕਟਿਵਿਜ਼ਮ ਹੈ, it is welcome, it is fourth state, it is part of the nation building ਦੇ process ਦਾ ਇੱਕ ਪਾਰਟ ਹੈ। ਲੇਕਿਨ at the same time ਮੀਡੀਆ ਨੂੰ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜਣਾ ਚਾਹੀਦਾ, ਇਹ ਸੋਚ ਕੇ ਕਿ ਜੀ ਸਿਰਫ ਅਸੀਂ ਖਬਰ ਦੇਣੀ ਹੈ, ਲੇਕਿਨ ਖਬਰ ਦੇ ਪਿੱਛੇ ਰਿਐਲਿਟੀ ਕਿੰਨੀ ਹੈ, that should also be taken into consideration। ਪ੍ਰੋਫੈਸਰ ਖਾਲਿਦ, ਇੱਕ ਗੱਲ ਜਿਹੜੀ ਖਾਸ ਤੌਰ ਦੇ ਉੱਤੇ ਦਿੱਲੀ ਵਾਲੇ ਮਾਮਲੇ ਦੇ ਹਵਾਲੇ ਨਾਲ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ, ਉਹ ਇਹ ਹੈ ਕਿ ਵੀ ਜਦੋਂ ਇੱਕ ਰੁਝਾਨ ਪੂਰੇ ਮੁਲਕ ਦੇ ਵਿੱਚ ਚੱਲ ਰਿਹਾ ਹੈ, ਉਸ ਬਾਰੇ ਜਿੰਨਾ ਵੀ ਸੰਜੀਦਾ ਅਧਿਐਨ ਹੋ ਰਿਹਾ, ਚਾਹੇ ਯੂਨੀਵਰਸਿਟੀਜ਼ ਕਰ ਰਹੀਆਂ ਨੇ, ਚਾਹੇ ਹੋਰ ਵਿਦਵਾਨ ਕਰ ਰਹੇ ਨੇ, ਚਾਹੇ ਕਾਰਕੁਨ ਕਿਸਮ ਦੇ ਲੋਕ ਕਰ ਰਹੇ ਨੇ, ਉਹਨਾਂ ਦੇ ਉੱਤੇ ਸਰਕਾਰ ਕਾਰਵਾਈ ਨਹੀਂ ਕਰਦੀ, ਉਹ ਕਿਸੇ ਨਾ ਕਿਸੇ ਤਰੀਕੇ ਨਾਲ ਨਜ਼ਰਅੰਦਾਜ਼ ਹੋ ਜਾਂਦੇ ਨੇ। ਸਾਡੇ ਮੁਲਕ ਦੇ ਵਿੱਚ ਜਿਹੜੀ ਜੈਂਡਰ ਵਾਇਲੈਂਸ ਆ ਉਹਦੇ ਉੱਤੇ ਕਿੰਨੀਆਂ ਸਟੱਡੀਜ਼ ਹੋਈਆਂ ਨੇ, ਤੁਸੀਂ ਮੇਰੇ ਤੋਂ ਬਿਹਤਰ ਜਾਣਦੇ ਹੋ। ਪਰ ਜਦੋਂ ਕਿਸੇ ਘਟਨਾ ਦੇ ਹਵਾਲੇ ਨਾਲ ਉਹ ਗੱਲ ਹੁੰਦੀ ਹੈ ਤੇ ਉਸ ਗੱਲ ਨੂੰ ਛੱਡ ਕੇ ਅੱਗੇ ਕਿਵੇਂ ਵਧਿਆ ਜਾਵੇ, ਖਾਸ ਤੌਰ ਦੇ ਉੱਤੇ ਮੀਡੀਆ ਕਰਮੀ ਦੇ ਤੌਰ ਤੇ? ਦੇਖੋ, ਮੈਂ ਇਸ ਚੀਜ਼ ਨੂੰ ਤਾਂ ਪ੍ਰੂਵ ਕਰ ਸਕਦਾ ਕਿ ਮੀਡੀਆ ਜਿਸ ਵੇਲੇ ਹੁਣ ਇਸ ਕੇਸ ਦੇ ਵਿੱਚ ਜਿਸ ਵੇਲੇ ਪਬਲਿਕ ਓਪੀਨੀਅਨ ਬਣਿਆ, ਮੀਡੀਆ ਨੇ ਉਸ ਚੀਜ਼ ਨੂੰ ਚੱਕਿਆ ਤਾਂ ਜਸਟਿਸ ਵਰਮਾ ਕਮਿਸ਼ਨ ਬਣ ਗਿਆ। ਉਹਨਾਂ ਨੇ ਆਪਣੀ ਸਿਫਾਰਿਸ਼ਾਂ ਵੀ ਇੱਕ ਟਾਈਮ ਬਾਉਂਡ ਮੈਨਰ ਦੇ ਵਿੱਚ ਦੇ ਦਿੱਤੀਆਂ। ਉਹਦੇ ਬੇਸ ਦੇ ਉੱਪਰ ਇੱਕ ਉਹ ਵੀ ਬਣ ਗਿਆ, ਆਪਣਾ ਲਾਅ ਵੀ ਬਣ ਗਿਆ, ਜਿਹੜਾ ਕਿ ਆਰਡੀਨੈਂਸ ਇਸ਼ੂ ਹੋ ਗਿਆ। ਆਰਡੀਨੈਂਸ ਦੇ ਖਿਲਾਫ ਹੁਣ ਬੜਾ ਕੁਝ ਚੱਲ ਰਿਹਾ ਕਿ ਜਸਟਿਸ ਵਰਮਾ ਦੀਆਂ ਸਾਰੀਆਂ ਸਿਫਾਰਿਸ਼ਾਂ ਲਾਗੂ ਕਰੋ। ਉਹ ਗਵਰਨਮੈਂਟ ਦਾ ਕੰਮ ਹੈ ਦੇਖਣਾ, ਔਰ ਹਜੇ ਜਿਹੜਾ ਹੈਗਾ ਵਿਦਨ 6 months ਹੈਜ਼ ਟੂ ਗੋ ਟੂ ਦਾ both the houses of parliament। ਉੱਥੇ ਪਤਾ ਨਹੀਂ ਕੀ ਅਮੈਂਡਮੈਂਟਸ ਹੋਣਗੀਆਂ, ਕਿਵੇਂ ਫਾਈਨਲ ਵਰਜ਼ਨ ਆਫ ਦ ਲਾਅ ਜਿਹੜੀ ਬਣ ਕੇ ਨਿਕਲਣੀਆਂ। ਅਗਰ ਪਬਲਿਕ ਓਪੀਨੀਅਨ ਔਰ ਮੀਡੀਆ ਲਾਅ ਮੇਕਿੰਗ ਪ੍ਰੋਸੈਸ ਦੇ ਵਿੱਚ ਐਕਟਿਵਲੀ ਪਾਰਟਿਸਿਪੇਟ ਕਰਦਾ ਹੈ, ਲਾਅ ਦੀ ਰਿਫਾਈਨਮੈਂਟ ਜਾਂ ਰਿਫਾਰਮਸ ਕਰਦਾ ਹੈ, ਇਟ ਇਜ਼ ਅ ਵੈਰੀ ਵੈਲਕਮ ਸਟੈਪ, ਇਟ ਮਸਟ ਬੀ ਐਪਰੀਸ਼ੀਏਟਡ। ਲੇਕਿਨ ਮੀਡੀਆ ਦੇ ਥਰੂ ਲੀਗਲ ਪ੍ਰੋਸੈਸ ਨੂੰ ਪ੍ਰਭਾਵਿਤ ਕਰਨਾ ਜਿਹੜਾ ਹੈਗਾ, ਦੈਟ ਇਜ਼ ਰੋਂਗ, ਦੈਟ ਸ਼ੁੱਡ ਨਾਟ ਹੈਪਨ। ਜੀ, ਮੀਡੀਆ ਦੇ ਥਰੂ ਜਿਹੜਾ ਲੀਗਲ ਪ੍ਰੋਸੈਸ ਨੂੰ ਪ੍ਰਭਾਵਿਤ ਕਰਨਾ ਉਹ ਗਲਤ ਹੈ ਜੀ। ਬਿਲਕੁਲ ਠੀਕ ਕਹਿ ਰਹੇ ਜੀ, ਬਿਲਕੁਲ ਬਹੁਤ ਗਲਤ ਹੋ ਰਿਹਾ। ਯੂ ਸੀ, ਜਿਹੜਾ procedure established by law, Article 21 says no one shall be deprived of his life or liberty except by procedure established by law. Media trial, media reporting is outside the procedure established by law. This is just public opinion. See, there's 6 or 7 steps. Hun even jede Delhi the accused ne, they will have to go through 7 steps until that final sentence is passed on them. Pehla to FIR hui. FIR means ke the facts disclose a cognizable offence. That's all. It does not mean the accused are guilty. ठीक है? फिर इन्वेस्टिगेशन हुई, फिर इन्वेस्टिगेशन रिपोर्ट फाइल कर दे से दैट हुण असी इन्वेस्टिगेशन च एविडेंस इकट्ठा कर लिया हैगा, एक ट्रायल करेगा, ट्रायल कोर्ट डिसाइड करेगा। फिर ट्रायल दे विच जो चार्ज लगदा है, प्राइमा फेसाई चार्ज इज मेड आउट, प्राइमा फेसाई नोबडी सेज दे आर गिल्टी, एविडेंस आ गया, फिर आवेगा एक स्टेज आवेगी कि वो जज कहेगा कि जी ऑन द बेसिस ऑफ एविडेंस आई फाइंड दैट केस शुड प्रोसीड, ही कैन नॉट बी एक्विटेड एट दिस स्टेज। फिर उस तो बाद फिर डिफेंस ਨੂੰ ਕਾਲ ਕਰਦੇ ਆ, ਫਿਰ ਉਹ ਜੱਜ ਫਾਈਨਲ ਜਦੋਂ ਫੈਸਲਾ ਕਰਦਾ ਹੈਗਾ, ਉਸ ਵੇਲੇ ਉਹ ਜੱਜ ਇਹ ਕਹਿੰਦਾ ਹੀ ਇਜ਼ ਪ੍ਰੂਵਡ ਬਿਯੋਂਡ ਰੀਜ਼ਨੇਬਲ ਡਾਊਟ। ਸੋ ਮੈਨੀ ਸਟੈਪਸ, ਈਚ ਸਟੇਜ ਹੈਜ਼ ਟੂ ਬੀ ਕ੍ਰੋਸਡ। ਤੇ ਮੀਡੀਆ ਦਾ ਛਾਲ ਮਾਰ ਕੇ ਪਹਿਲਾਂ ਹੀ ਉਹਨੂੰ ਕਹਿੰਦਾ ਜੀ ਇਹਨੂੰ ਹੁਣੇ ਫਾਹੇ ਲਾ ਦਿਓ, ਇੰਨੀ ਗਲਤ ਗੱਲ ਹੈ ਜੀ। ਆਈ ਮੀਨ ਇਟਸ ਰਿਡਿਕੂਲਸ, ਇਟਸ ਅਬਸਰਡ, ਬਟ ਇੰਟਾਇਰ ਨੇਸ਼ਨ ਇਜ਼ ਫੋਲੋਇੰਗ ਦ ਮੀਡੀਆ, ਨੋਬਡੀ ਲੁਕਸ ਐਟ ਦ ਲਾਅ। ਹੁਣ ਆਈ ਡੋਂਟ ਨੋ ਮੀਡੀਆ ਦੀ ਕਿੰਨੀ ਟ੍ਰੇਨਿੰਗ ਹੈ ਲਾਅ ਦੇ ਵਿੱਚ। ਇਟ ਇਜ਼ ਯੋਰ ਡਿਊਟੀ ਟੂ ਐਕਸਪਲੇਨ ਟੂ ਦੀ ਪਬਲਿਕ ਕਿ ਜੀ ਲਾਅ ਇੱਦਾਂ ਚੱਲਦੀ ਹੈਗੀ, ਇੱਦਾਂ ਨਹੀਂ ਉਹਨੂੰ ਹੈਂਗ ਕਰ ਸਕਦੇ। ਵੀ ਕਾਂਟ ਹੈਂਗ ਦੋਜ਼ ਪੀਪਲ। ਹੈ ਉਹ ਜੂਵਨਲ ਹੈਗਾ, ਹੀ ਕਾਂਟ ਬੀ ਟੱਚਡ, ਹੀ ਕਾਂਟ ਬੀ ਟੱਚਡ ਐਟ ਆਲ, ਬਟ ਪਬਲਿਕ ਨੂੰ ਹੈਗਾ ਜੀ ਇਹਨੂੰ ਫਾਹੇ ਲਾ ਦਿਓ। ਇੰਨੀ ਮਾੜੀ ਗੱਲ ਹੈ ਜੀ। ਹੁਣ ਕੀ ਕਿੱਥੇ ਕੰਟਰੋਲ ਕਰੋਗੇ? 21st ਸੈਂਚੁਰੀ ਹੈ, ਇਟਸ ਅ ਮਾਡਰਨ ਨੇਸ਼ਨ ਵੀ ਆਰ, ਵੀ ਆਰ ਇਮਰਜਿੰਗ ਪਾਵਰ।
ਤੇ ਆਰ ਵੀ ਗੋਇੰਗ ਟੂ ਐਕਟ ਇੱਕ ਲਾਈਕ ਗੱਲ ਜਿਹੜੀ ਨਾਰਥ ਮੈਨੂੰ ਕੋਰੀਆ? ਤੁਸੀਂ ਤੁਹਾਡਾ ਬਹੁਤ ਲੰਬਾ ਤਜਰਬਾ ਹੈ ਬਤੌਰ ਜੱਜ ਤੇ ਨਾਲ ਤੁਹਾਡੇ ਐਡਵੋਕੇਟ ਤਜਰਬਾ ਵੀ ਹੈਗਾ, ਐਂਗਰ ਵੀ ਹੈਗਾ। ਹਾਂਜੀ, ਤੇ ਉਹਦੇ ਵਿੱਚ ਇੱਕ ਗੱਲ ਜਿਹੜੀ ਮੈਨੂੰ ਹੁਣ ਤੱਕ ਇੱਕ ਵਕੀਲ ਹੈ ਉਹ ਇਹ ਕਹਿੰਦਾ ਕਿ ਵੀ ਮੈਨੂੰ ਇਹ ਲੱਗਦਾ ਹੈ ਕਿ ਵੀ ਹੁਣ ਉਹਨਾਂ ਦੇ ਖਿਲਾਫ ਫੈਸਲਾ ਆਏਗਾ ਕਿਉਂਕਿ ਜਿਹੜੇ ਸਬੂਤ ਨੇ ਉਹ ਕਾਫੀ ਨੇ, ਸਫੀਸ਼ੀਐਂਟ ਨੇ ਤੇ ਸਭ ਦੇ ਸਾਹਮਣੇ ਨੇ। ਤੇ ਹਲੇ ਉਹ ਜਿਹੜੇ ਸਾਰਾ ਜਿਹੜਾ ਤੁਸੀਂ ਪੜਾਅ ਦੀ ਗੱਲ ਕਰਦੇ ਹੋ 7 ਪੜਾਅ, ਉਹਦੇ ਵਿੱਚੋਂ ਕਈ ਪੜਾਅ ਬਾਕੀ ਨੇ, ਪਰ ਇਹ ਲੱਗਦਾ ਕਿ ਫੈਸਲਾ ਇੱਕ ਖਾਸ ਕਿਸਮ ਦਾ ਆਉਣ ਵਾਲਾ ਹੈ। ਕੀ ਪਤਾ ਜੀ ਕੀ ਫੈਸਲਾ ਹੋਏਗਾ। ਕਿਸੇ ਨੇ ਬੱਸ ਦੇ ਵਿੱਚ ਕੁਝ ਨਹੀਂ ਵੇਖਿਆ, ਬੱਸ ਦੇ ਵਿੱਚ ਕੋਈ ਟੀਵੀ ਨਹੀਂ ਲੱਗਿਆ ਹੋਇਆ ਸੀਗਾ ਜੀ, ਥੈਂਕ ਗੋਡ ਫॉर दैट ਜੀ। ਤੇ ਠੀਕ ਹੈ, ਉਸ ਕੁੜੀ ਦਾ ਬਿਆਨ ਹੈਗਾ ਜੀ, ਡਾਈਂਗ ਡੈਕਲੇਰੇਸ਼ਨ ਮੈਂ ਸੁਣਿਆ 2 ਨੇ ਤੇ ਉਹਦੇ ਵਿੱਚ ਵੀ देयर इज ਲਿਟਲ ਜੀ ਜੱਜ ਵਿਲ ਹੈਵ ਟੂ ਡਿਸਾਈਡ ਵਾਟ ਹੂਮ ਟੂ ਬਿਲੀਵ ਜੀ। ਤੇ ਉਹ ਜਿਹੜਾ ਮੁੰਡਾ ਹੈਗਾ ਉਹ ਆਵੇਗਾ, ਉਸ ਦਾ ਕ੍ਰਾਸ ਐਗਜ਼ਾਮੀਨੇਸ਼ਨ ਹੋਵੇਗਾ, ਜੱਜ ਵਿਲ ਹੈਵ ਟੂ ਸੀ ਕਿ ਵੀ ਇਹ ਇੰਨਾ ਠੀਕ ਕਹਿ ਰਿਹਾ, ਇੰਨਾ ਇੱਥੇ ਐਗਜ਼ੈਜਰੇਟ ਕਰ ਰਿਹਾ ਕਿ ਨਹੀਂ ਕਰ ਰਿਹਾ, ਕਿ ਬਿਲਕੁਲ 100% ਜੋ ਕੁਝ ਕਹਿ ਰਿਹਾ ਬਿਲਕੁਲ ਠੀਕ ਕਹਿ ਰਿਹਾ। ਜੱਜ ਵਿਲ ਹੈਵ ਟੂ ਡਿਸਾਈਡ ਆਲ ਥੀਸ ਥਿੰਗਸ। ਜੱਜ ਹੈਜ਼ ਟੂ ਡਿਸਾਈਡ, not the public, not you, not me, not the media. Media is voyeurism. ਇਹ ਤਾਂ ਅਗਲੇ ਦੀ ਮਿਜ਼ਰੀ, ਅਗਲੇ ਦਾ ਹੋਰ, they want to know such details, gory details, so sad. And ਮੈਂ ਸਭ ਇਹ ਲਕੀਰ ਕਿਦਾਂ ਮਾਰੀ ਜਾਵੇ ਕਿ ਇੱਥੇ ਤੱਕ ਮੀਡੀਆ ਠੀਕ ਕਰ ਰਿਹਾ, ਇੱਥੋਂ ਅੱਗੇ ਜਾ ਕੇ ਗਲਤ ਹੋ ਜਾਂਦਾ। ਜੇ ਤਾਂ ਮੀਡੀਆ ਐਕਚੁਅਲੀ ਮਿਹਨਤ ਕਰਕੇ ਕੋਈ ਰਿਪੋਰਟਿੰਗ ਕਰਦਾ ਹੈ ਔਰ ਦੱਸੇ ਕਿ ਜਿੱਥੇ ਇਨਵੈਸਟੀਗੇਸ਼ਨ ਪੁਲਿਸ ਦੀ ਬੜੀ ਵਾਰੀ ਗਲਤ ਹੁੰਦੀ ਹੈ, ਬੜੀ ਵਾਰੀ ਟ੍ਰਾਇਲ ਕੋਰਟ ਜੱਜ ਗਲਤ ਹੋ ਸਕਦਾ, ਬੜੀ ਵਾਰੀ ਐਵੀਡੈਂਸ ਹੁੰਦਾ ਉਹ ਕਿਟ ਕਰ ਦਿੰਦੇ ਆ, ਉਹ ਚੀਜ਼ ਨੂੰ ਹਾਈਲਾਈਟ ਕਰਨਾ ਤੁਸੀਂ ਬਹੁਤ ਪਬਲਿਕ ਸਰਵਿਸ ਕਰੋਗੇ। ਮਗਰ ਜੇ ਤੁਸੀਂ ਆਪ ਤਾਂ ਕੋਈ ਹਾਰਡ ਵਰਕ ਕਰੋ ਨਾ, ਆਪ ਕੁਝ ਕਨਕਲੂਜਨ ਤੇ ਪਹੁੰਚੋ ਨਾ, ਤੇ ਫਾਈਨਲ ਜਜਮੈਂਟ ਉਦਾਂ ਹੀ ਦੇਈ ਜਾਓ ਜੀ, ਦੈਨ ਇਟ ਇਜ਼ ਜਿੱਦਾਂ ਕੋਈ ਵੀ ਜਜਮੈਂਟ ਵਿਦਆਊਟ ਐਵੀਡੈਂਸ ਗਲਤ ਹੋਏਗੀ। ਸੋ ਜੇ ਤੁਸੀਂ ਵੀ ਰਸ਼ ਇਨਟੂ ਜਜਮੈਂਟ ਕਰੋਗੇ ਤੁਸੀਂ ਵੀ ਗਲਤ ਹੋਵੋਗੇ। ਮਤਲਬ ਕੁੱਲ ਮਿਲਾ ਕੇ ਜ਼ਿੰਮੇਵਾਰੀ ਦਾ ਹੀ ਮਸਲਾ ਹੈ, ਚਾਹੇ ਉਹ ਮੀਡੀਆ ਹੋਵੇ ਚਾਹੇ ਜੁਡੀਸ਼ਰੀ ਹੋਵੇ। ਬਿਲਕੁਲ। ਤੁਸੀਂ ਸਾਰੇ ਅੱਜ ਦੀ ਚਰਚਾ ਵਿੱਚ ਸ਼ਾਮਿਲ ਹੋਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਜੱਜ ਜ਼ਿੰਮੇਵਾਰੀ ਵਾਲੀ ਕੁਰਸੀ ਉੱਤੇ ਬੈਠਦੇ ਨੇ। ਜੱਜ ਦੀ ਕੁਰਸੀ ਉੱਤੇ ਬੈਠਣ ਵੇਲੇ ਉਹਨਾਂ ਤੋਂ ਸਿਰਫ ਕਾਨੂੰਨੀ ਮਾਹਰ ਹੋਣ ਦੀ ਹੀ ਨਹੀਂ ਸਗੋਂ ਨਿਰਪੱਖ ਹੋਣ ਦੀ ਵੀ ਤਵੱਕੁ ਕੀਤੀ ਜਾਂਦੀ ਹੈ। ਉਹਨਾਂ ਤੋਂ ਇਹ ਆਸ ਨਹੀਂ ਕੀਤੀ ਜਾਂਦੀ ਕਿ ਉਹ ਭਾਵਨਾਵਾਂ ਦੇ ਵੇਗ ਵਿੱਚ ਜਾਂ ਸਰਕਾਰ ਨੂੰ ਖੁਸ਼ ਕਰਨ ਲਈ ਫੈਸਲੇ ਦੇਣ। ਤਵੱਕੁ ਇਹ ਕੀਤੀ ਜਾਂਦੀ ਹੈ ਕਿ ਉਹ ਕਾਨੂੰਨ ਮੁਤਾਬਕ, ਮਤਲਬ ਕਿ ਰੂਲ ਆਫ ਲਾਅ ਮੁਤਾਬਕ ਫੈਸਲੇ ਦੇਣ। ਇਸ ਤਵੱਕੁ ਤੇ ਕਾਰਗੁਜ਼ਾਰੀ ਵਿਚਲਾ ਫਾਸਲਾ ਹੀ ਇਨਸਾਫ ਨੂੰ ਬੇਇਨਸਾਫੀ ਵਿੱਚ ਬਦਲ ਸਕਦਾ ਹੈ। नमस्कार, सत श्री अकाल। खबरों की दुनिया में आइए, हमारे साथ कहीं भी और कभी भी जुड़िए। हम मिलेंगे फेसबुक पर, हम दिखेंगे यूट्यूब पर, हमें फॉलो कीजिए ट्विटर पर। खबरों के साथ बने रहिए रात दिन।